ਵਾਹਿਗੁਰੂ 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 ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭੁਲੰਦਰ ਸਿੰਘ ਵਿਰਮਾਨੀ। ਪ੍ਰੋਗਰਾਮ ਸਿੱਖ ਹਾਈ ਫਲਾਰ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਸਿੱਖ ਹਾਈ ਫਲਾਰ ਅੱਜ ਬੇहद ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਮੈਂ ਪਹੁੰਚਿਆ ਹੋਇਆ ਕੈਲੀਫੋਰਨੀਆ ਦੇ ਬੜੇ ਹੀ ਸੋਹਣੇ ਸ਼ਹਿਰ ਸੈਨ ਹੋਜ਼ੇ ਵਿੱਚ। ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ, ਇਹ ਹੈ ਸੈਨ ਹੋਜ਼ੇ ਦਾ ਬੜਾ ਪ੍ਰਸਿੱਧ ਗੁਰਦੁਆਰਾ ਸਾਹਿਬ, ਜਿੱਥੇ ਕਿ ਵੱਖੋ-ਵੱਖ ਜਿਹੜੇ ਦਿਨ ਤਿਉਹਾਰ ਨੇ ਬਹੁਤ ਹੀ ਧੂਮਧਾਮ ਨਾਲ ਮਨਾਏ ਜਾਂਦੇ ਨੇ। ਔਰ ਅੱਜ ਦੀ ਜੇਕਰ ਗੱਲ ਕਰੀਏ ਕਿ ਅੱਜ ਅਸੀਂ ਕਿਉਂ ਇੱਥੇ ਪਹੁੰਚੇ ਹੋਏ ਹਾਂ, ਤਾਂ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਗੁਰਦੁਆਰਾ ਸਰਾਬੋਰ ਹੈ ਅੱਜ, ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋਏ ਹੋਏ ਨੇ। ਕਾਰਨ ਹੈ ਇੱਥੇ ਹੋਲਾ ਮਹੱਲਾ ਅਤੇ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਔਰ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਵੱਖ-ਵੱਖ ਥਾਵਾਂ ਤੋਂ ਆਏ ਇੱਥੇ ਲੋਕਾਂ ਨੇ ਆਪਣੀਆਂ ਸਟਾਲਸ ਲਗਾਈਆਂ ਹੋਈਆਂ ਨੇ। ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਨੇ ਉਹ ਪਰੋਸੇ ਜਾ ਰਹੇ ਨੇ। ਖਾਲਸਾਈ ਜਾਹੋ ਜਲਾਲ, ਜੀ ਹਾਂ, ਗੱਤਕੇ ਦਾ ਵੀ ਇੱਥੇ ਬੇਮਿਸਾਲ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ। ਘੋੜਸਵਾਰੀ ਦਾ ਪ੍ਰਦਰਸ਼ਨ ਇੱਥੇ ਵੇਖਣ ਨੂੰ ਮਿਲ ਰਿਹਾ ਅਤੇ ਫਿਰ ਬੱਚਿਆਂ ਦੇ ਰੰਗਾਰੰਗ ਜਿਹੜੇ ਪ੍ਰੋਗਰਾਮ ਨੇ, ਸੱਭਿਆਚਾਰਕ ਪ੍ਰੋਗਰਾਮ ਨੇ, ਉਹ ਵੀ ਇੱਥੇ ਵਿਖਾਏ ਜਾ ਰਹੇ ਨੇ। ਔਰ ਖੇਡਾਂ ਵੀ ਵੱਖੋ-ਵੱਖ ਤਰ੍ਹਾਂ ਦੀਆਂ ਇੱਥੇ ਹੋ ਰਹੀਆਂ ਨੇ। ਚਲੋ ਫਿਰ ਬਿਨਾਂ ਦੇਰ ਕੀਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਿੱਚ। ਵਾਹਿਗੁਰੂ 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 ਵਾਹਿਗੁਰੂ। ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਔਰ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੌਜੂਦ ਨੇ, ਸਰਦਾਰ ਸੁਖਦੇਵ ਸਿੰਘ ਬੈਨੀਵਾਲ ਸਾਹਿਬ। ਸੁਖਦੇਵ ਸਿੰਘ ਜੀ, ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ। ਤੁਸੀਂ ਬਹੁਤ ਹਮਲਾ ਮਾਰ ਕੇ ਅਜਿਹਾ ਪ੍ਰਬੰਧ ਕੀਤਾ ਹੈਗਾ ਔਰ ਬਹੁਤ ਹੀ ਇਕੱਠ ਜਿਹੜਾ ਹੈਗਾ, ਉਤਸ਼ਾਹ ਦਿਖਾਈ ਦੇ ਰਿਹਾ। ਇਕੱਠ ਵਿੱਚ ਵੀ, ਸੰਗਤਾਂ ਵਿੱਚ ਵੀ ਕਾਫੀ ਉਤਸ਼ਾਹ ਵਿਖਾਈ ਦੇ ਰਿਹਾ ਹੈ। ਤੁਸੀਂ ਖੁਸ਼ ਹੋ? ਪੂਰੇ ਖੁਸ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਹਿੰਦੇ ਨੇ ਹੋਲਾ ਖੇਡਦਾ ਕਲਗੀਆਂ ਵਾਲਾ, ਐਂ ਖੁਸ਼ੀਆਂ ਦੇ ਜਕਾਰੇ ਲਾਉਂਦਾ ਜਾਂਦਾ। ਸੋ ਇਸ ਤਰ੍ਹਾਂ ਦਾ ਅੱਜ ਮਾਹੌਲ ਹੋਇਆ ਜੀ। ਅਸੀਂ ਬਹੁਤ ਧੰਨਵਾਦੀ ਹਾਂ ਸਾਰੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਇਸ ਪ੍ਰਬੰਧ ਨੂੰ ਕਰਨ ਦੇ ਵਿੱਚ ਸੇਵਾ ਕੀਤੀ ਜਾਂ ਫੂਡ ਦੇ ਸਟਾਲ ਲਾਏ, ਸੋ ਲੰਗਰ ਦੇ ਸੇਵਾ ਲਾਏ। ਸੋ ਸਾਰਿਆਂ ਧੰਨਵਾਦੀ। ਇਹਨਾਂ ਕਰਕੇ ਹੀ ਅਸੀਂ ਸਾਰਾ ਇਹ ਪ੍ਰਬੰਧ ਕਰ ਸਕੇ ਹਾਂ। ਤੇ ਦੂਜਾ ਧੰਨਵਾਦ ਹੈ ਸੰਗਤਾਂ ਦਾ, ਜਿਹੜੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਤਾਦਾਦ ਦੇ ਵਿੱਚ ਪਹੁੰਚੀਆਂ ਹਨ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਬਿਲਕੁਲ। ਸੋ ਬਹੁਤ ਖੁਸ਼ ਹਾਂ ਜੀ। ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਵੀ ਅਸੀਂ
ਪ੍ਰਬੰਧ ਕੀਤਾ ਸੀਗਾ, ਹੋ ਸਕਦਾ ਸਾਡਾ ਥੋੜ੍ਹਾ ਪੈ ਗਿਆ ਹੋਵੇ ਕਿਉਂਕਿ ਸੰਗਤ ਬਹੁਤ ਹੀ ਜ਼ਿਆਦਾ ਆਈ ਆ ਮੇਰੇ ਖਿਆਲ, ਕਿਉਂਕਿ 3 ਸਾਲ ਹੋਲਾ ਮਹੱਲਾ ਨਹੀਂ ਹੋਇਆ ਕਰੋਨਾ ਕਾਰਨ ਕਰਕੇ। ਪਰ ਇਹ ਪਹਿਲੀ ਵਾਰੀ ਫੇਰ 19 ਤੋਂ ਬਾਅਦ 'ਚ ਇਹ ਵੱਡਾ ਜੋੜ ਮੇਲਾ ਵਿਸਾਖੀ ਦਾ ਤੇ ਇਹ ਹੋਲੇ ਮਹੱਲੇ ਦਾ ਜੋੜ ਮੇਲਾ ਹੋਇਆ ਜੀ। ਸੋ ਬਹੁਤ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੇ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਆ ਵੀ ਇਹ ਜਿਹੜਾ ਸਾਰਾ ਜੋੜ ਮੇਲਾ ਸੁੱਖ ਸ਼ਾਂਤੀ ਦੇ ਨਾਲ ਸੰਪੰਨ ਹੋਵੇ ਜੀ। ਬਿਲਕੁਲ। ਪਰ ਸਿੰਘ ਸਾਹਿਬ ਕਿਤੇ ਨਾ ਕਿਤੇ ਇੱਥੇ ਮੇਅਰ ਵੀ ਆਏ ਹੋਏ ਨੇ, ਕਾਊਂਟੀ ਮੈਂਬਰ ਵੀ ਆਏ ਹੋਏ ਨੇ, ਸੈਨੇਟਰ ਵੀ ਆਏ ਹੋਏ ਨੇ। ਅਸੀਂ ਇਹ ਦੱਸਣ ਵਿੱਚ ਉਹਨਾਂ ਨੂੰ ਕਾਮਯਾਬ ਹੋ ਰਹੇ ਹਾਂ ਕਿ ਅਸੀਂ ਕੌਣ ਹੈਗੇ ਹਾਂ, ਸਾਡੀ ਵੱਖਰੀ ਪਛਾਣ ਕੀ ਹੈ। ਪਰ ਹੋਰਨਾਂ ਕਮਿਊਨਿਟੀਜ਼ ਵਿੱਚ ਹਾਲੇ ਤੱਕ ਉਹ ਮੈਸੇਜ ਜਾਂਦਾ ਤੁਹਾਨੂੰ ਲੱਗਦਾ ਵਿਖਾਈ ਦੇ ਰਿਹਾ ਹੈ? ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਉਹ ਕਾਬਿਲੇ ਤਾਰੀਫ ਨੇ, ਜਾਂ ਸਾਨੂੰ ਹਾਲੇ ਹੋਰ ਵੀ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖਣੀਆਂ ਚਾਹੀਦੀਆਂ ਨੇ? ਹਾਂਜੀ, ਜਦੋਂ ਅਸੀਂ ਕਾਫੀ ਗੁਰਦੁਆਰਾ ਸਾਹਿਬ ਵੱਲੋਂ ਕਾਫੀ ਆਊਟਰੀਚ ਕਰੀਦਾ ਜੀ, ਤੇ ਨਾਲ ਦੀ ਨਾਲ ਅਸੀਂ ਕੀਤਾ ਵੀ ਜਿਹੜਾ ਸੈਨੋਜ਼ੇ ਮੇਅਰ ਦੇ ਨਾਲ ਵੀ ਗੱਲ ਕੀਤੀ ਆ, ਅਟਾਰਨੀ ਜਨਰਲ ਰਾਬ ਬੰਟਨ ਨਾਲ ਵੀ ਗੱਲ ਕੀਤੀ ਕਿ ਸਿੱਖ ਅਵੇਅਰਨੈਸ ਨੂੰ ਤੁਸੀਂ ਹੋਰ ਫੈਲਾਓ ਜੀ। ਸਿੱਖ ਜਿਹੜੀ ਆਇਡੈਂਟੀਟੀ ਦਾ ਕਈ ਵਾਰੀ ਇਸ਼ੂ ਆ ਜਾਂਦਾ ਆ। ਸੋ ਇਸ ਵੇਲੇ ਅਟਾਰਨੀ ਜਨਰਲ ਵੀ ਇਹੋ ਹੀ ਕਹਿ ਕੇ ਗਿਆ ਵੀ ਸਿੱਖ ਇੱਕ ਪੀਸਫੁਲ ਕਮਿਊਨਿਟੀ ਹੈ, ਬਾਕੀ ਦੇ ਨਾਲ ਇਕੱਠੀ ਰਹਿਣ ਵਾਲੀ ਯੂਨਿਟੀ ਦੇ ਨਾਲ ਰਹਿੰਦੀ ਹੈ, ਤੇ ਉਹ ਸਦਾ ਲਈ ਆ ਸਾਡੇ ਪਿੱਛੇ ਖੜੇ ਗਏ। ਉਹ ਕਹਿ ਕੇ ਗਏ ਕਿ ਮੈਂ ਕਮਿਊਨਿਟੀ ਦੇ ਨਾਲ ਖੜਾ, ਸਿੱਖ ਕਮਿਊਨਿਟੀ ਦੇ ਨਾਲ। ਤੇ ਇਸੇ ਤਰ੍ਹਾਂ ਹੀ ਜਿਹੜਾ ਸੈਨੋਜ਼ੇ ਦਾ ਮੇਅਰ ਹੈ ਮੈਟ ਮਹਾਨ, ਉਹਨੇ ਵੀ ਆਉਂਦੇ ਦਿਨਾਂ ਦੇ ਵਿੱਚ ਉਹ ਪਹਿਲੀ ਵਾਰੀ ਬਣਿਆ ਆ ਸਿੱਖ ਅਵੇਅਰਨੈਸ ਵਾਸਤੇ ਜੀ। ਵੱਡੇ ਤਾਦਾਦ ਦੇ ਵਿੱਚ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਵੀ ਉਹ ਸਿੱਖਾਂ ਦਾ ਜਿਹੜਾ ਚਿਹਰਾ ਆ ਸਿਟੀ ਦੇ ਵਿੱਚ ਦਿਖਾਇਆ ਜਾਵੇ। ਇੱਕ ਦੋ ਅਸੀਂ ਉਹਨਾਂ ਨੂੰ ਮੰਗਾਂ ਜ਼ਰੂਰ ਰੱਖੀਆਂ ਸੀਗੀਆਂ ਕਿ ਸਾਡੇ ਸਿੱਖ ਬੱਚੇ ਜਿਹੜੇ ਆ ਆਪਣੇ ਸਟਾਫ ਦੇ ਵਿੱਚ ਲੈਣ। ਉਹ ਦੋਵੇਂ ਹੀ ਜਿਹੜੇ ਜਨਰਲ ਟਰਨੀ ਵੀ ਹੈਗਾ ਆ ਜਾਂ ਸੈਨੋਜ਼ੇ ਦਾ ਮੇਅਰ ਆ, ਉਹਦੇ 'ਚ ਆਪਣੀਆਂ ਬੱਚੀਆਂ ਕੰਮ ਕਰ ਰਹੀਆਂ। ਜਿਹੜੇ ਅੱਜ ਉਹਨਾਂ ਨੂੰ ਲੀਡ ਕਰ ਰਹੇ ਸੀਗੇ ਉਹ ਆਪਣੇ ਬੱਚੇ ਲਿਜਾ ਕੇ ਉਹਨਾਂ ਨੂੰ ਆਰਡਰ ਦੱਸ ਰਹੇ ਵੀ ਉਹਨਾਂ ਦੀ ਸਪੀਚ ਤਿਆਰ ਕਰਨ ਦੇ ਵਿੱਚ ਜਾਂ ਹੋਰ ਕੰਮ ਦੇ ਵਿੱਚ ਆਪਣੇ ਬੱਚੇ ਉਹਨਾਂ ਦੇ ਸਟਾਫ ਦੇ ਵਿੱਚ ਜਾ ਚੁੱਕੇ ਨੇ। ਸੋ ਇਹ ਇੱਕ ਵੱਡਾ ਮੈਂ ਕਹਿੰਦਾ ਸਿੱਖ ਕਮਿਊਨਿਟੀ ਦਾ ਉਹਨਾਂ ਦੇ ਨਾਲ ਤਾਲੁਕਾਤ ਬਣ ਚੁੱਕਾ ਆ, ਤੇ ਉਹਨਾਂ ਦੇ ਥਰੂ ਜਾਂ ਹੋਰ ਕਾਰਨਾਂ ਦੇ ਥਰੂ ਅਸੀਂ ਜਿਹੜਾ ਸਿੱਖਾਂ ਦਾ ਮੈਸੇਜ ਪਹੁੰਚਾਵਾਂਗੇ। ਸਿੱਖ ਅਵੇਅਰਨੈਸ ਤਾਂ ਅਸੀਂ ਜਿੰਨੀ ਵੀ ਵੱਧ ਤੋਂ ਵੱਧ ਕਰ ਸਕੇ ਕਰਨ ਦੀ ਲੋੜ ਹੈਗੀ, ਪਰ ਜਿਹੜਾ ਜਦੋਂ ਕੋਈ ਵੱਡੀ ਆਫਤ ਆਉਂਦੀ ਹੈ, ਜਿੱਦਾਂ ਕੋਈ ਅਰਥਕੁਏਕ ਆ ਗਿਆ ਜਾਂ ਕੋਈ ਫਾਇਰਸ ਆ ਗਈ ਜਾਂ ਕਰੋਨਾ ਕਾਲ ਵੇਲੇ ਵੀ ਤੁਸੀਂ ਵੀ ਕਾਫੀ ਕਵਰ ਕੀਤਾ ਸੀਗਾ ਕਿ ਸਿੱਖ ਜਾ ਕੇ ਹੈਲਪ ਕਰਦੇ ਰਹੇ ਜੀ। ਜੇ ਕੋਈ ਲੰਗਰ ਜਾ ਕੇ ਜਾਣਾ ਜਾਂ ਕੋਈ ਹੋਰ ਚੀਜ਼ ਦੀ ਵਸਤੂ ਦੀ ਲੋੜ ਸੀਗੀ ਆਪਾਂ ਲੈ ਕੇ ਜਾਂਦੇ ਸੀਗੇ, ਤੇ ਸਾਰੀ ਕਮਿਊਨਿਟੀ ਉਸ ਦਾ ਧੰਨਵਾਦ ਕਰਦੀ। ਉਹ ਦੇਖਦੇ ਵੀ ਸਿੱਖ ਇਦਾਂ ਦੇ ਆਹ ਕੈਰੈਕਟਰ ਹੈ ਇਹਨਾਂ ਦਾ ਸਿੱਖਾਂ ਦਾ। ਸੋ ਉਹ ਜਿਹੜਾ ਗੁਰੂ ਸਾਹਿਬ ਵਾਲਾ ਕੈਰੈਕਟਰ ਸੀਗਾ ਵੀ ਸਿੱਖ ਹੈਲਪਫੁਲ ਹਨ ਤੇ ਜਸਟਿਸ ਵਾਸਤੇ ਖੜ੍ਹਦੇ ਹਨ, ਤੇ ਉਹ ਕੈਰੈਕਟਰ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਜਿਸ ਦੂਜੀ ਕਮਿਊਨਿਟੀ ਦੇ ਵਿੱਚ। ਸੋ ਸਾਡੇ ਉਹ ਜੋ ਰੋਜ਼ ਅਸੀਂ ਕਾਰਜ ਕਰਦੇ ਉਹ ਦੇਖ ਕੇ ਆਪਣੇ ਆਪ ਕਹਿਣ ਵੀ ਇਹ ਵਧੀਆ ਕਮਿਊਨਿਟੀ ਆ। ਗਰੇਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ, ਕਿਉਂਕਿ ਬਹੁਤ ਜ਼ਿਆਦਾ ਇਕੱਠ ਅਸੀਂ ਵੇਖਣ ਨੂੰ ਮਿਲ ਰਿਹਾ ਹੈ, ਠਾਠਾ ਇਕੱਠ ਹੈਗਾ ਇੱਥੇ, ਪਰ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਦੱਸਣਾ ਵੀ ਬੜਾ ਜ਼ਰੂਰੀ ਹੈ ਕਿ ਸਿੱਖੀ ਨਾਲ ਜੁੜੋ। ਅਜਿਹੇ ਜੋੜ ਮੇਲੇ ਇਸੇ ਦਾ ਸੰਕੇਤ ਦਿੰਦੇ ਨੇ। ਮੇਰਾ ਤਾਂ ਇਹ ਵਿਚਾਰ ਹੈ ਵੀ ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਆ ਤਾਂ ਉਹਦੇ ਨਾਲ ਜਿਹੜੇ ਬੱਚੇ ਸਾਇੰਸ ਜਾਂ ਮੈਡੀਕਲ ਪੜ੍ਹਦੇ ਨੇ ਜੀ, ਉਹ ਪਹਿਲਾਂ ਤਾਂ ਥਿਊਰੀ ਪੜ੍ਹਦੇ ਆ, ਫਿਰ ਉਹ ਪ੍ਰੈਕਟੀਕਲ ਵੀ ਨਾਲ ਕਰਦੇ ਆ। ਇਸ ਕਰਕੇ ਵਿਸਾਖੀ ਜਾਂ ਹੋਲਾ ਮਹੱਲਾ ਜਿਹੜੇ ਬੱਚੇ ਨੇ ਉਹਨਾਂ ਨੇ ਕਿਤਾਬਾਂ ਦੇ ਵਿੱਚ ਜ਼ਰੂਰ ਪੜ੍ਹਿਆ, ਪਰ ਆਹ ਜਿਹੜਾ ਹੋਲਾ ਮਹੱਲਾ ਹੋਇਆ ਇਹ ਇੱਕ ਪ੍ਰੈਕਟੀਕਲ ਦੇ ਤੌਰ ਤੇ ਹੋਇਆ। ਔਰ ਮੈਂ ਆਸ ਕਰਦਾ ਕਿਉਂਕਿ ਇਹ ਜਿਹੜਾ ਮੇਲਾ ਹੋਇਆ ਇਹ ਜਿੱਦਾਂ ਆਪਾਂ ਕਹਿ ਦਿੰਦੇ ਵੀ ਚੰਦ ਗੋਡੀ ਮਾਰ ਕੇ ਚੜ੍ਹਿਆ, 4 ਸਾਲ ਹੋ ਗਏ ਪ੍ਰੋਗਰਾਮ ਹੋਏ ਨੂੰ। ਇਸ ਕਰਕੇ ਸੰਗਤਾਂ ਨੇ ਬੜਾ ਸਾਥ ਦਿੱਤਾ, ਉਹਦੇ ਨਾਲ ਕਮੇਟੀ ਵੀ ਬੜੀ ਖੁਸ਼ ਹੈ, ਤੇ ਨਾਲ ਦੀ ਨਾਲ ਜਿੰਨੇ ਵੀ ਇੱਥੇ ਆਏ ਨੇ ਬੱਚੇ ਨੂੰ ਲੈ ਕੇ ਉਹ ਕਮੇਟੀ ਨਾਲੋਂ ਵੀ ਖੁਸ਼ ਨੇ। ਅੱਜ ਜਿਹੜਾ ਹੈਗਾ ਇੱਕ ਮੈਸੇਜ ਜਿਹੜਾ ਅਸੀਂ ਬਹੁਤ ਸੋਹਣਾ ਦੇ ਰਹੇ ਹੈਗੇ ਕਿ ਸਾਨੂੰ ਜੋੜ ਮੇਲੇ ਅੱਜ ਕਰਾਉਣ ਦੀ ਜ਼ਰੂਰਤ ਹੈਗੀ ਹੈ, ਲੇਕਿਨ ਜੋੜ ਮੇਲਿਆਂ ਵਿੱਚ ਲੋਕੀ ਘਰਾਂ ਤੋਂ ਬਾਹਰ ਨਿਕਲਣ, ਅਜੇ ਜੋੜ ਮੇਲੇ ਦੀ ਸ਼ਾਨ ਬਣਨ, ਤਾਂ ਹੀ ਜੋੜ ਮੇਲੇ ਕਾਮਯਾਬ ਹੁੰਦੇ ਨੇ। ਅਸੀਂ ਸੈਨੋਜ਼ੇ ਤੋਂ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੋੜ ਮੇਲੇ ਦਾ, ਇਹ ਕਿਸੇ ਵੇਲੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਹੋਲਾ ਮਹੱਲਾ ਮਨਾਇਆ ਸੀ ਤੇ ਪਹਿਲਾਂ ਮਨਾਉਣਾ ਸੀ, ਮਹੀਨਾ ਕੁ ਪਹਿਲਾਂ ਲੇਟ ਹੋ ਗਿਆ ਇਸ ਕਰਕੇ, ਕਿਉਂਕਿ ਥੋੜਾ ਮੌਸਮ ਦਾ ਪ੍ਰੋਬਲਮ ਆ ਗਈ ਸੀ। ਇਸ ਕਰਕੇ ਹੋਲਾ ਮਹੱਲਾ ਮਨਾਇਆ। ਸੈਨੋਜ਼ੇ ਦੀ ਜਿਹੜੀ ਕਮੇਟੀ ਹੈ, ਸੰਗਤ ਹੈ ਸਾਰੀ, ਇਹਨਾਂ ਨੇ ਪੂਰਾ ਪ੍ਰਬੰਧ ਕਰਕੇ ਮਨਾਇਆ ਤੇ ਬੜੇ ਸ਼ੌਨ ਸ਼ੌਕਤ ਨਾਲ ਮਨਾਇਆ ਜਾ ਰਿਹਾ। ਘੋੜ ਸਵਾਰੀ ਆ, ਸਾਰਾ ਕੁਝ ਇਹਦੇ ਵਿੱਚ, ਤੇ ਸਾਰੀ ਕੋਈ ਵੀ ਕਮਿਊਨਿਟੀ ਜਿਹੜੀ ਆ ਕੋਈ ਵੀ ਆ ਕੇ ਲੰਗਰ ਛਕ ਸਕਦੀ ਹੈ। ਇਹ ਤਾਂ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ, ਚਾਹੇ ਸਾਰਾ ਇੰਡੀਆ ਛਕ ਲੈ, ਲੰਗਰ ਇੱਥੇ ਆ ਕੇ ਮੁੱਕਦਾ ਨਹੀਂ।
ਬਿਲਕੁਲ ਇਹ ਪੂਰਾ ਚੱਲੂਗਾ। ਤੇ ਇਹ ਅੱਜ ਲੰਗਰ ਜਿਹੜਾ ਉਹ ਬੇਸਮਾਲ ਲੰਗਰ ਲੱਗਾ ਹੈ, ਕੋਈ ਹਰ ਤਰ੍ਹਾਂ ਦੇ ਪ੍ਰੋਗਰਾਮ ਨੇ, ਢਾਡੀ ਜਥਾ ਚੱਲ ਰਿਹਾ ਹੈ। ਤੇ ਅਸੀਂ ਬਹੁਤ ਖੁਸ਼ ਹਾਂ ਕਮੇਟੀ ਦੇ, ਸਾਡੀ ਜਿਹੜੀ ਕਮੇਟੀ ਹੈ ਗੁਰੂ ਘਰ ਦੀ ਬਹੁਤ ਢੰਗ ਨਾਲ ਵਧੀਆ ਤਰੀਕੇ ਨਾਲ ਇਹ ਸਾਰਾ ਪ੍ਰਬੰਧ ਕਰਕੇ ਪੂਰਾ ਫਿੱਟ ਕੰਮ ਰੱਖਦੀ ਹੈ। ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ, ਜਿਹੜੀ ਮਰਜ਼ੀ ਕਮਿਊਨਿਟੀ ਇੱਥੇ ਆ ਕੇ ਲੰਗਰ ਛਕ ਸਕਦੀ ਆ ਸਕਦੀ ਹੈ, ਇਹ ਮਾਹੌਲ ਦੇ ਵਿੱਚ ਆਪਣੇ ਸਹਿਯੋਗ ਕਰ ਸਕਦੀ ਹੈ। ਤੇ ਬਹੁਤ ਵਧੀਆ ਢੰਗ ਨਾਲ ਮਨਾਇਆ ਜਾ ਰਿਹਾ, ਹਰ ਸਾਲ ਦੀ ਤਰ੍ਹਾਂ ਅਸੀਂ ਮਨਾਉਂਦੇ ਆ। ਐਤਕੀ ਥੋੜਾ ਲੇਟ ਹੋ ਗਏ ਆ, ਇੰਨੀ ਮੈਂ ਮਾਫੀ ਮੰਗਦਾ। ਇਸ ਮੇਲੇ ਵਿੱਚ ਬਹੁਤ ਸਾਰੀਆਂ ਸਟਾਲਸ ਲੱਗੀਆਂ ਹੋਈਆਂ ਨੇ, ਪਰ ਇੱਕ ਸਟਾਲ ਬੇहद ਖਾਸ ਹੈ ਕਿਉਂਕਿ ਇਹ ਸਟਾਲ ਹੈਗੀ ਹੈ ਸਹਾਇਤਾ ਫਾਊਂਡੇਸ਼ਨ ਦੀ, ਔਰ ਉਹਨਾਂ ਦੇ ਜਿਹੜੇ ਸਰਪ੍ਰਸਤ ਨੇ ਸਾਡੇ ਨਾਲ ਮੌਜੂਦ ਨੇ। ਕਿਸ ਤਰ੍ਹਾਂ ਇਹ ਫਾਊਂਡੇਸ਼ਨ ਕੰਮ ਕਰਦੀ ਹੈ ਜ਼ਰੂਰ ਇਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ। ਮੇਰੇ ਨਾਲ ਡਾਕਟਰ ਹਰਨੀਤ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕੀ ਕੁਝ ਕਹਿਣਾ ਚਾਹੋਗੇ, ਔਰ ਸਹਾਇਤਾ ਫਾਊਂਡੇਸ਼ਨ ਕਿਸ ਤਰ੍ਹਾਂ ਲੋਕਾਂ ਦੀ ਸਹਾਇਤਾ ਲੈ ਕੇ ਆ ਰਹੀ ਹੈ ਜ਼ਰੂਰ ਤੁਹਾਡੇ ਵੱਲੋਂ। ਹਾਂਜੀ ਹਾਂਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੋ ਅਸੀਂ ਸਹਾਇਤਾ ਜਿਹੜੀ ਹੈਗੀ ਹੈ ਇਹਦਾ ਆਗਾਜ਼ ਜਿਹੜਾ ਸੀਗਾ 2005 'ਚ ਹੋਇਆ ਸੀ ਜੀ। ਸੋ ਸਾਨੂੰ 18 ਸਾਲ ਹੋ ਗਏ ਲੋਕਾਂ ਦੀ ਸੇਵਾ ਕਰਦੇ ਹਨ। ਤੇ ਸਾਡਾ ਜਿਹੜਾ ਬਹੁਤਾ ਕੰਮ ਹੈਗਾ ਉਹ ਪੰਜਾਬ ਦੇ ਵਿੱਚ ਹੈਗਾ, ਇੰਡੀਆ ਦੇ ਵਿੱਚ ਹੈਗਾ ਮੋਸਟਲੀ। ਤੇ ਇੱਥੇ ਸਾਡਾ ਜਿਹੜਾ ਨਵਾਂ ਪ੍ਰੋਜੈਕਟ ਹੈ ਜਿਹਨੂੰ ਅਸੀਂ ਕਾਫੀ ਪ੍ਰਮੋਟ ਕਰਨਾ ਚਾਹੁੰਦੇ ਹਾਂ ਉਹ ਹੈ ਮਾਈਂਡ ਮੈਟਰਸ ਜੀ। ਮਾਈਂਡ ਮੈਟਰਸ ਜਿਹੜਾ ਪ੍ਰੋਗਰਾਮ ਹੈ ਉਹ ਮੈਂਟਲ ਹੈਲਥ ਰਿਲੇਟਡ ਇਲਨੈਸਿਸ, ਕਿਉਂਕਿ ਜਿੱਦਾਂ ਸਾਡੀ ਆਬਾਦੀ ਵਸੋਂ ਵੱਧ ਰਹੀ ਹੈ ਇੱਥੇ, ਉਸੇ ਤਰ੍ਹਾਂ ਹੀ ਸਟ੍ਰੈਸ ਸਟ੍ਰੇਨ ਵੀ ਵੱਧ ਰਿਹਾ। ਖਾਸ ਤੌਰ 'ਤੇ ਕੋਵਿਡ ਦੇ ਬਾਅਦ ਇਹ ਕਾਫੀ ਚੀਜ਼ਾਂ ਅੱਗੇ ਵਧੀਆਂ ਤੇ ਉਸ ਨੂੰ ਲੈ ਕੇ ਸਾਡੇ ਕੋਲ ਬਹੁਤ ਵੱਡਾ ਗਰੁੱਪ ਹੈ ਜਿਹਦੇ 'ਚ ਸਾਈਕੋਲੋਜਿਸਟ, ਸਾਈਕੈਟਰਿਸਟਸ ਤੇ ਉਹਨਾਂ ਦੇ ਨਾਲ ਹੈਲਥ ਰਿਲੇਟਡ ਪੀਪਲ ਹੈਗੇ। ਸੋ ਅਸੀਂ ਵੱਖਰੇ ਥਾਵਾਂ 'ਤੇ ਸੈਮੀਨਾਰਸ ਕਰਦੇ ਹਾਂ, ਵੈਬਕਾਸਟ ਕਰਦੇ ਹੈਗੇ ਆ, ਪੋਡਕਾਸਟ ਕਰਦੇ ਹੈਗੇ ਆ ਜੀ। ਤੇ ਤਾਂ ਕਿ ਲੋਕਾਂ ਨੂੰ ਜਾਗਰੂਕ ਵੀ ਹੋਵੇ, ਕਿਉਂਕਿ ਅਸੀਂ ਅਕਸਰ ਜਿਹੜੀ ਡਿਪਰੈਸ਼ਨ ਆ ਬਹੁਤ ਰਿਪੋਰਟ ਨਹੀਂ ਹੁੰਦੀ। ਕੋਈ ਕਹਿ ਕੇ ਰਾਜੀ ਨਹੀਂ ਹੈ ਵੀ, ਕੋਈ ਮੰਨ ਕੇ ਰਾਜੀ ਨਹੀਂ ਹੈ ਕਿ ਇਹ ਡਿਪਰੈਸ਼ਨ ਹੈਗੀ ਆ, ਜਦ ਕਿ ਅਸੀਂ ਸਾਰੇ ਜੂਝਦੇ ਹਾਂ, ਅਸੀਂ ਆਪ ਖੁਦ ਜੂਝਦੇ ਹਾਂ ਇਹਦੇ ਨਾਲ। ਤੇ ਪਰ ਇਹੀ ਹੈਗਾ ਵੀ ਜਿੰਨਾ ਚਿਰ ਤੁਸੀਂ ਉਹਨੂੰ ਐਕਸੈਪਟ ਨਹੀਂ ਕਰਦੇ ਇੱਕ ਐਜ਼ ਪਾਰਟ ਇਸ ਇਲਨੈਸ, ਤਾਂ ਉਹ ਦਾ ਜਿਹੜਾ ਠੀਕ ਕਰਨ ਦਾ ਜਿਹੜਾ ਸਿਲਸਿਲਾ ਸ਼ੁਰੂ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿਹੜਾ ਸਾਡਾ ਮੇਨ ਇਸ ਵੇਲੇ ਪ੍ਰੋਜੈਕਟ ਹੈਗਾ ਉਹ ਹੈ ਐਜੂਕੇਸ਼ਨ ਜੀ। ਐਜੂਕੇਸ਼ਨ ਆਫ ਨੀਡੀ ਐਂਡ ਜਿਹੜੇ ਗੁੱਡ ਚਿਲਡਰਨ ਜਿਹੜੇ ਬਹੁਤ ਇੰਟੈਲੀਜੈਂਟ ਹੈਗੇ ਆ, ਉਹਨਾਂ ਦੀ ਸਕੋਲਰਸ਼ਿਪ, ਹਾਂਜੀ ਉਹਨਾਂ ਨੂੰ ਸਕੋਲਰਸ਼ਿਪਸ ਦਿੰਦੇ ਹਾਂ ਅਸੀਂ ਫ੍ਰੀ, ਸਾਰਾ ਉਹਨਾਂ ਦੀ ਪੜ੍ਹਾਈ ਜਿਹੜੀ ਅਸੀਂ ਫ੍ਰੀ ਕਰਾਉਂਦੇ ਆ। ਉਹਦੇ ਵਿੱਚ ਸਾਡੇ ਕੋਲ ਬਹੁਤੇ ਜਿਹੜੇ ਬੱਚੇ ਹੈਗੇ ਆ ਉਹ ਹੈਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜਿਹੜਾ ਫਾਦਰਸ ਉਹ ਹੈ ਨਹੀਂ ਗੇ, ਸੋ ਸੋਰਸ ਆਫ ਇਨਕਮ ਹੈ ਨਹੀਂ ਕੋਈ ਉਹਨਾਂ ਕੋਲ ਜੀ। ਸੋ ਉਹਨਾਂ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਆ ਤੇ ਬੱਚੇ ਮੈਡੀਕਲ ਸਕੂਲ ਤੱਕ ਵੀ ਪੜ੍ਹਦੇ ਪਏ, ਸਾਡੇ ਕੋਲ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਵੀ ਪੜ੍ਹਦੇ ਆ। ਸੋ ਇਹ ਜਿਹੜਾ ਮੇਨ ਉੱਥੇ ਪੰਜਾਬ ਦੇ ਵਿੱਚ ਹੈਗਾ ਸਾਡਾ, ਤੇ ਨਾਲ ਸਾਡਾ ਗਿਫਟ ਆਫ ਵਿਜ਼ਨ ਜਿਹਦੇ ਵਿੱਚ ਅਸੀਂ ਅੱਖਾਂ ਦੀਆਂ ਫ੍ਰੀ ਸਰਜਰੀਜ਼ ਕਰਦੇ ਆ ਜੀ। ਕੁਛ ਅਸੀਂ ਸਕੂਲਸ ਜਿਹੜੇ ਆ ਉਹ ਅਪਗ੍ਰੇਡ ਕਰਕੇ ਸੁਪਰ ਸਮਾਰਟ ਸਕੂਲ ਬਣਾਏ ਨੇ ਤੇ ਜਿਹੜੇ ਕਿ ਪਬਲਿਕ ਸਕੂਲਾਂ ਨਾਲੋਂ ਵੀ ਬੈਟਰ ਨੇ। ਤੇ ਹੁਣ ਉੱਥੋਂ ਇਹ ਪਬਲਿਕ ਸਕੂਲਾਂ ਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਉੱਥੇ ਆ ਕੇ ਸਾਡੇ ਟ੍ਰੇਨਿੰਗ ਕਰਦੇ ਆ, ਪੜ੍ਹਦੇ ਆ ਉੱਥੇ। ਬਿਲਕੁਲ ਠੀਕ ਹੈ। ਵੀਰ ਜੀ, ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਇਸੇ ਤਰ੍ਹਾਂ ਕੰਮ ਕਰ ਰਹੀਆਂ ਨੇ, ਤੁਹਾਡੀ ਆਰਗੇਨਾਈਜੇਸ਼ਨਸ ਬਾਕੀਆਂ ਨਾਲੋਂ ਫਰਕ ਕਿਵੇਂ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਆਰਗੇਨਾਈਜੇਸ਼ਨ ਜੀ ਪਹਿਲੇ ਦਿਨ ਤੋਂ ਹੀ ਅਸੀਂ ਆਲ ਵਲੰਟੀਅਰ ਬੇਸ ਹਾਂ ਜੀ। ਸਾਡਾ ਕੋਈ ਪੇਰੋਲ ਨਹੀਂ ਗਾ ਇੱਥੇ US ਦੇ ਵਿੱਚ, ਕੋਈ ਸਾਡਾ ਆਫਿਸ ਦਾ ਖਰਚਾ ਨਹੀਂ ਗਾ, ਸਾਡਾ ਕੋਈ ਵੀ ਕਿਤੇ ਫੋਨ ਦਾ ਖਰਚਾ ਨਹੀਂ। ਬੇਸਿਕਲੀ ਅਸੀਂ ਕੋਸ਼ਿਸ਼ ਸਾਡੀ ਇਹੋ ਹੀ ਹੁੰਦੀ ਆ ਵੀ ਜਿਹੜਾ $1 ਕਿਸੇ ਦੀ ਮਦਦ ਵਾਸਤੇ ਸਾਨੂੰ ਆ ਰਿਹਾ ਉਹ ਡਾਲਰ ਹੀ ਅੱਗੇ ਜਾ ਕੇ ਲੱਗੇ ਜੀ। ਸੋ ਜਿੰਨਾ ਵੀ ਸਾਡੇ ਬੋਰਡ ਆ ਜਾਂ ਸਾਡੀ ਵਰਕਿੰਗ ਕਮੇਟੀ ਆ, ਜਿੰਨੇ ਸਾਡੇ ਕੋਲ ਵਲੰਟੀਅਰ ਆ, ਸਾਰੇ ਸੇਵਾਦਾਰ ਆ, ਕੋਈ ਵੀ ਸਹਾਇਤਾ ਦੇ ਵਿੱਚੋਂ ਕੋਈ ਪੇਰੋਲ ਨਹੀਂ ਲੈ ਰਿਹਾ ਜੀ। ਇਸ ਕਰਕੇ ਅਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਬਾਕੀਆਂ ਨਾਲੋਂ ਵੱਖਰਾ ਰੱਖ ਕੇ ਚੱਲਦੇ ਹਾਂ, ਕਿਉਂਕਿ ਮੋਸਟਲੀ ਜੇ ਤੁਸੀਂ ਵੱਡੇ ਤੋਂ ਵੱਡੀਆਂ ਵੀ ਜਿੰਨੀਆਂ ਵੀ ਰੈੱਡ ਕਰਾਸ ਲੈ ਲਓ, ਕੋਈ ਵੀ ਲੈ ਲਓ, ਕਿਸੇ ਦਾ ਕੋਈ 40% 50% ਜਿਹੜੇ ਉਹਨਾਂ ਦੇ ਓਵਰਹੈਡ ਚਾਰਜਿਸ ਹੈਗੇ ਆ ਜੀ। ਤੇ ਸਾਡੀ ਵਿਲੱਖਣਤਾ ਇਸੇ ਦੇ ਵਿੱਚ ਹੀ ਆ ਵੀ ਅਸੀਂ ਜਿਹੜਾ ਵੀ ਫੰਡ ਆਉਂਦੇ ਆ ਸਾਨੂੰ ਉਹ ਪ੍ਰੋਜੈਕਟ ਵਾਸਤੇ ਆਉਂਦੇ ਆ, 100% ਜਿਹੜੇ ਆ ਨਾ ਪ੍ਰੋਜੈਕਟ ਦੇ ਉੱਪਰ ਹੀ ਲੱਗ ਰਹੇ ਆ ਜੀ। ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਵੀ ਇੱਥੇ ਕੁਝ ਮੈਂਬਰ ਸਾਹਿਬਾਨ ਆਏ ਹੋਏ ਨੇ, ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਸਾਹਿਬ। ਸ਼ਾਹੀ ਸਾਹਿਬ, ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ, ਇਸ ਤਰ੍ਹਾਂ ਦੇ ਜਿਹੜੇ ਜੋੜ ਮੇਲੇ ਹੁੰਦੇ ਨੇ, ਕਿਤੇ ਨਾ ਕਿਤੇ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਹੈਗੀ ਉਹਨਾਂ ਨੂੰ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਜੋੜ ਮੇਲਿਆਂ ਦੀ ਖਾਸੀਅਤ ਕੀ ਹੈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਤਾਂ ਪਿੰਡਾਂ ਵਿੱਚ ਦੇਖਿਆ ਹੈਗਾ, ਇੰਡੀਆ ਵਿੱਚ ਦੇਖਿਆ, ਪਰ ਲੇਕਿਨ ਇੱਥੋਂ ਦੀ ਜਦੋਂ ਧਰਤੀ 'ਤੇ ਇਸ ਤਰ੍ਹਾਂ ਦੇ ਜੋੜ ਮੇਲੇ ਹੁੰਦੇ ਨੇ, ਬੱਚਿਆਂ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਉਹ ਕਿਸ ਤਰ੍ਹਾਂ ਉਤਸ਼ਾਹਿਤ ਹੁੰਦੇ ਨੇ?
ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਨੂੰ ਮੇਲੇ ਜਾਣ ਦਾ ਚਾਅ ਹੁੰਦਾ ਸੀਗਾ, ਪਰ ਉਹਨਾਂ ਮੇਲਿਆਂ ਵਿੱਚ ਜਦੋਂ ਪੰਥਕ ਕਾਨਫਰੰਸਾਂ ਅਟੈਂਡ ਕਰਨੀਆਂ, ਉੱਥੇ ਦੇਖਣਾ ਸਿੰਘਾਂ ਦਾ ਜਾਹੋ ਜਲਾਲ, ਉਹਦੇ ਨਾਲ ਮਨ ਤੇ ਇੱਕ ਪ੍ਰਤੀਬਿੰਬ ਬਣ ਗਿਆ ਕਿ ਇਸ ਤਰ੍ਹਾਂ ਸਿੰਘ ਜਾਹੋ ਜਹਾਲ ਵਿੱਚ ਘੁੰਮਦੇ ਨੇ। ਪੰਥਕ ਕਾਨਫਰੰਸਾਂ ਦੇ ਵਿੱਚ ਸੋਹਣੇ ਸੋਹਣੇ ਲੈਕਚਰ ਸੁਣ ਕੇ ਹੌਲੀ ਹੌਲੀ ਬੰਦਾ ਸਿੱਖੀ ਦੇ ਨਾਲ ਜੁੜਦਾ ਆ। ਇਸੇ ਤਰ੍ਹਾਂ ਹੀ ਇਹ ਉਪਰਾਲਾ ਜਿਹੜਾ ਹੋਲੇ ਮਹੱਲੇ ਦਾ, ਮੈਂ ਸਮਝਦਾ ਕਿ ਸਾਡੀ ਯੂਥ ਤੇ ਸਾਡੇ ਯੰਗਸਟਰ ਤੇ ਇੱਕ ਬੜਾ ਚੰਗਾ ਅਕਸ ਛੱਡ ਕੇ ਜਾਊਗਾ, ਕਿਉਂਕਿ ਇਹਦੇ ਨਾਲ ਬੱਚਿਆਂ 'ਚ ਇੱਕ ਤਾਂ ਸੈਂਸ ਆਫ ਕਮਿਊਨਿਟੀ ਪਤਾ ਲੱਗਦਾ ਹੈ ਕਿ ਕਿੰਨੇ ਜਾਣੇ ਅਸੀਂ ਇੱਥੇ ਇਸ ਕਮਿਊਨਿਟੀ ਦੇ ਵਿੱਚ ਹੈਗੇ ਆ। ਫਿਰ ਉਹ ਦੇਖਦੇ ਨੇ ਆਸੇ-ਪਾਸੇ ਕਿ ਕਿਵੇਂ, ਚਾਹੇ ਉਹ ਗੱਤਕੇ ਦਾ ਜ਼ੋਰ ਹੋਣ, ਚਾਹੇ ਉਹ ਦੌੜਾਂ ਹੋਣ, ਚਾਹੇ ਹੋਰ ਖੇਡਾਂ ਹੋਣ, ਚਾਹੇ ਉਹ ਕਵਿਸ਼ਰੀ ਜਥੇ ਲੱਗਦੇ ਆ, ਸਾਰੀ ਕਮਿਊਨਿਟੀ ਇਕੱਠੀ ਹੋ ਕੇ ਇੱਥੇ ਭੋਜਨ ਛਕਦੀ ਆ। ਭਾਜੀ ਹੁਣੀ ਸਵੇਰ ਦੇ ਸੇਵਾ ਕਰਨ ਲੱਗੇ ਹੋਏ ਆ। ਸੋ ਇੱਕ ਬਹੁਤ ਹੀ ਅੱਛਾ ਉਪਰਾਲਾ ਆ, ਜਿਹਦੇ ਵਿੱਚ ਇੱਕ ਬੱਚੇ ਦੇ ਤੌਰ ਤੇ ਮੈਂ ਮਾਈਂਡ ਤੇ ਸੋਚਦਾ ਕਿ ਉਹ ਇੱਕ ਥੋੜਾ ਜਿਹਾ ਫਨ ਨੂੰ ਲੈ ਕੇ ਆਉਂਦਾ ਆ ਤੇ ਨਾਲ ਸਿੱਖੀ ਵੈਲਿਊ ਆਪਣੇ ਨਾਲ ਲੈ ਕੇ ਜਾਂਦਾ ਆ। ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਵੀ ਪ੍ਰਬੰਧਕ ਕਰਦੇ ਨੇ ਵਧਾਈ ਦੇ ਪਾਤਰ ਨੇ। ਹਾਂਜੀ, ਬਹੁਤ ਵਧੀਆ ਜੀ। ਵੈਸੇ ਇਹ ਆਪਣੇ ਧਰਮ ਦੇ ਵਿੱਚ ਇਹ ਆ ਕਿ ਮੇਲਿਆਂ ਦੇ ਵਿੱਚ ਆਮ ਅਸੀਂ ਬਚਪਨ ਤੋਂ ਦੇਖਦੇ ਆਉਂਦੇ ਆ ਕਿ ਬਹੁਤ ਵਧੀਆ ਇੱਦਾਂ ਆਵਾਂ ਅਨੰਦਪੁਰ ਸਾਹਿਬ ਜਾਂਦੇ ਸੀਗੇ, ਉੱਥੇ ਵੀ ਇੱਕ ਵੱਖਰਾ ਦੇਖਣ ਨੂੰ ਮਿਲਦਾ ਹੁੰਦਾ ਸੀਗਾ ਜੀ, ਤੇ ਜਾਹੋ ਜਲਾਲ ਜਿੱਦਾਂ ਸਾਰੇ ਲਾਉਂਦਾ ਸੀਗਾ ਜੀ, ਤੇ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਜੀ। ਉਸੇ ਤਰ੍ਹਾਂ ਹੀ ਸਾਨੂੰ ਇੱਥੇ ਹੁਣ ਸੈਨੋਜੇ ਲੱਗਣ ਡਿਆ ਕਿ ਕਾਫੀ ਸੰਗਤ ਇਕੱਠੀ ਹੋਈ ਆ ਤੇ ਸੋਹਣੇ ਰੌਣਕ ਮੇਲਾ ਲੱਗਾ ਆ, ਬਹੁਤ ਵਧੀਆ ਲੱਗਾ ਜੀ ਦੇਖਣ ਨੂੰ, ਤੇ ਬੜਾ ਮਨ ਖੁਸ਼ ਹੋਇਆ ਜੀ। ਸੋ ਜਿੱਥੇ ਇੱਕ ਪਾਸੇ ਇੰਨਾ ਹਜੂਮ ਹੈਗਾ, ਦੂਜੇ ਪਾਸੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਲੋਕਾਂ ਦੀ ਹਿਫਾਜ਼ਤ ਲਈ ਇੱਥੇ ਫਰਸਟ ਏਡ ਇੱਕ ਸਟਾਲ ਵੀ ਲਗਾਇਆ ਗਿਆ ਹੈ, ਫਰਸਟ ਇਨਫੋਰਮੇਸ਼ਨ ਦੇ ਲਈ, ਤਾਂ ਕਿ ਜੋ ਵੀ ਕੋਈ ਬਾਹਰੋਂ ਸ਼ਰਧਾਲੂ ਆਉਂਦਾ ਹੈ ਉਹ ਇੱਥੇ ਆ ਕੇ ਆਪਣੀ ਪੁੱਛਗਿੱਛ ਕਰ ਸਕੇ, ਔਰ ਅਗਰ ਜੇਕਰ ਉਸ ਨੂੰ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੈ ਤਾਂ ਵੀ ਇੱਥੇ ਉਸ ਨੂੰ ਪੂਰੀ ਸਹਾਇਤਾ ਜਿਹੜੀ ਹੈ ਮਿਲ ਸਕੇ। ਨਿਰਮਲਜੀਤ ਕੌਰ ਧਾਮੀ ਸਾਡੇ ਨਾਲ ਇੱਥੇ ਮੌਜੂਦ ਨੇ। ਧਾਮੀ ਸਾਹਿਬ, ਬਹੁਤ ਬਹੁਤ ਸਵਾਗਤ ਪਹਿਲਾਂ ਤਾਂ, ਔਰ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਫਰਸਟ ਏਡ ਜਿਹੜੀ ਹੈ ਸਭ ਤੋਂ ਜ਼ਰੂਰੀ ਹੁੰਦੀ ਹੈ ਕਿਸੇ ਵੀ ਐਵੇਂ ਦੇ ਮੇਲਿਆਂ ਵਿੱਚ। ਕੀ ਕਹਿਣਾ ਚਾਹੋਗੇ? ਯੈਸ, ਅਸੀਂ ਫਿਜ਼ੀਕਲ ਫਰਸਟ ਏਡ ਵੀ ਹੈ, ਨਾਲ ਵੀ ਹੈਵ ਅ ਸਟਾਲ ਫॉर mental health first aid with a group of programs that we offer. We're also talking a lot about mental health outreach. So this is a great event to connect with the community and disseminate the information. ਡੈਫੀਨੇਟਲੀ। ਇੱਥੇ ਕਿਸ ਤਰ੍ਹਾਂ ਦੀਆਂ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹੋ ਲੋਕਾਂ ਨੂੰ? ਅਸੀਂ El Camino Health ਦੇ ਡਿਫਰੈਂਟ ਪ੍ਰੋਗਰਾਮਸ ਹੈਗੇ ਆ, ਉਹਨਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹਾਂ। ਵੀ ਹੈਵ ਅ ਯੂਨੀਕ ਪੈਰੀਨੇਟਲ program for perinatal psychiatry. We are also providing information for the teen and adolescent programs, the Aspire program. We have a free collaborative outreach event that's coming up. We have programs on dual diagnosis, and then we have general programs for adult mood disorders. But most importantly, we're doing outreach for women who are pregnant or postpartum, struggling with mental health issues. What do you want to say about your stall? Well, as Dr. Dami, I'll reiterate what she said. We have many outpatient programs ranging from children to adults that are older, as well as mums and babies. And so we have a wide variety of programs that will help our community. And we have qualified physicians, therapists, and a wonderful inpatient unit. And we're hoping that we have more people that we can help. ਨਿਰਮਲਜੀਤ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਮੈਂ 2020 ਵਿੱਚ ਬਿਮਾਰ ਸੀ ਔਰ ਇੱਥੇ ਸੈਂਟਾ ਕਲਾਰਾ ਵੈਲੀ ਹਸਪੀਟਲ ਵਿੱਚ ਐਡਮਿਟ ਸੀ, ਨਿਰਮਲ ਜੀ ਨੇ ਮੇਰੀ ਬਹੁਤ ਮਦਦ ਕੀਤੀ, ਉਹਦੇ ਲਈ ਤੁਹਾਨੂੰ ਥੈਂਕ ਯੂ ਵੀ। ਬਟ ਲੇਕਿਨ ਕਿਤੇ ਨਾ ਕਿਤੇ ਐਵੇਂ ਦੇ ਲੋਕਾਂ ਦੀ ਮਦਦ ਦੀ ਜ਼ਰੂਰਤ ਵੀ ਹੁੰਦੀ ਹੈਗੀ ਹੈ, ਜਦੋਂ ਕੋਵਿਡ ਕੈਸਾ ਸੀਗਾ ਜੋ ਲੋਕਾਂ ਨੂੰ ਨਹੀਂ ਪਤਾ ਸੀਗਾ। ਪਰ ਜਦੋਂ ਅਸੀਂ ਐਵੇਂ ਦੇ ਮੇਲਿਆਂ ਵਿੱਚ ਆਉਂਦੇ ਹਾਂ, ਬੱਚਿਆਂ ਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? I think the most important message ਜਿਹੜਾ ਅਸੀਂ ਬੱਚਿਆਂ ਨੂੰ ਦੇ ਸਕਦੇ ਹਾਂ is to take care of their physical and mental health, to talk about their feelings. ਜਿੱਦਾਂ ਸਾਡੇ ਗੁਰੂਆਂ ਨੇ ਰਾਹ ਦੱਸੀ ਹੈ, to stay away from drugs and alcohol, ਬਾਬਾ ਜੀ ਦਾ ਨਾਂ ਜਪਣਾ, ਪੜ੍ਹਾਈ ਕਰਨੀ, ਮਿਹਨਤ ਕਰਨੀ, give back to your community. I think our message is the most important message for the next generation. Thank you so much. You're welcome.
have now with us Attorney General of San Jose. Sir, we want to ask you how you find the crowd, how you find this mela, you can say. I'm really inspired, uplifted, a beautiful, powerful community that I always feel so welcomed by, and I feel very supportive of. A community that supports one another and supports the broader community, that's driven by compassion and care and commitment to one another, and we need that so much today in a world that's getting more divided and more extreme. We need to take care of one another and support each other, and the Sikh community has always stood up for the values of inclusion, of equity, of justice, of fairness, and of community. So I'm inspired today, full of happiness and joy. Definitely. What do you know about the Hola Mahalla and Vaisakhi? Because we are all here to celebrate this. Yeah, I mean, what I know is that there's a celebration of the ways of the and traditions of the warrior, as well as the fight against oppression and the commitment to greater inclusion. All important aspects and commitments, and worthy of celebration and reaffirmation on a day like today. So I know there's many here that are coming to celebrate those traditions and those principles, and I'm proud to be here as a part of it. Mr. Tony, what do you want to say about this crowd, about this fair we are celebrating today? Oh, this is amazing. This is an amazing event, and happy Holi Mala to our Sikh community. It's very important. This represents San Jose in its diversity. And this is, again, a celebration of the culture. And this is San Jose. We have to accept everyone and understand every culture. And this is a great way to get our community together, to celebrate everything that we have here. As maybe people know, this is the largest Gurdwara outside of India. So, I mean, this is amazing that we have it here in San Jose, so we need to take advantage of that, right, and get to know our community, get to know our Sikh community. So I'm very honored to be here and to celebrate and know that I'm here to support our Sikh community. Definitely. And let our viewers know what do you know about the Sikhism, about the Vaisakhi and Hola Mahalla? Sure, well, I know that this is a celebration for a great warrior for freedom. And that the Sikhism here is inclusive and very respectful and very peaceful cult of religion and culture, faith. That accepts everyone's welcoming of everyone, and as shown here in the Gurdwara here, they have daily meals here for people that are of need, and they're here to support not only the Sikh community but everyone here, because that is the culture, that is the faith, that they welcome everyone and they respect and support everyone. I retire as a fire captain and become a city council because why? I want to make sure that the Asian community have a representation. The Sikh community is a family to me, and we will do everything we can to support the Sikh temple. And I know the Sikh temple is looking for some expansion in order to support your community, and I'm very supportive of that. And we have 400,000 Asian right here in the city of San Jose, and we definitely need more representation. It's incredible how many people. I heard there are about 20,000 people in and out today. It's just overwhelming. It's really quite impressive. You know, we're lucky in San Jose to have incredible diversity and a very large Sikh community. The Gurdwara here is just, it's a beautiful addition to the city's skyline, and we have big plans for expanding. We've just been talking about a heritage garden, and I know the building is also going to be expanding so that you all can grow the community and serve more people essentially, and pass traditions on to future generations. So we're very honored in the city of San Jose to have a large and strong Sikh community. Well, I was just watching some of the athleticism. Actually, I was very, very impressed to see the young men over here who were who it almost looked like dancing. It was very impressive. But yeah, I'm actually about to walk around and take a tour and learn more. Well, I just want to say thanks for having me. It's been an honor to be here. This is a great event, a big crowd, like you said. It's a great opportunity to be here and meet so many good people. Absolutely. You know, I am fully supportive of our beautiful Sikh community in the Gurdwara, and as your city council member, I am fully committed to helping in any and every way that I can to help our community move forward. I'm an ally, and more importantly, I'm a brother. I'm here.
and I'm your representative, ready to get to work. And whatever you need, you call me. That's it. And how you find this crowd? I love it. I'm just at home. I went to Evergreen Valley High School down the street, so I was here when the Gurdwara opened more than 15 years ago. So I was there. I was in high school at Evergreen when we opened, and we came up here to eat. So like I said, I'm back home. ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਨੇ ਬੌਬ ਢਿੱਲੋਂ ਸਾਹਿਬ ਉਹ ਵੀ ਮੌਜੂਦ ਨੇ ਸਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਵੀਰ ਜੀ ਅੱਜ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇੰਨਾ ਉਤਸ਼ਾਹ ਵਿਖਾਈ ਦੇ ਰਿਹਾ ਹੈ ਅੱਜ ਇਹਨਾਂ ਨੇ ਤਾਂ ਕਹਿਣਾ 20,000 we will probably by the end of the day we will have 30,000 people. Is that right? Go in and out. Yes. Yeah. $30,000. I mean, I'm assessing it based on the prior events. You know, it will be $30,000 by the end of the day. You know. ਡੈਫੀਨਿਟਲੀ ਪਰ ਬੱਚਿਆਂ ਨੂੰ ਇੱਥੇ ਕੀ ਸਿਖਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਲੰਗਰ ਵੀ ਹੈ ਇੱਥੇ ਕੀਰਤਨ ਸਰਵਣ ਵੀ ਹੋ ਰਿਹਾ ਹੈ ਤਾਂ ਕਿ ਬੱਚੇ ਜਦੋਂ ਘਰ ਜਾਣ ਉਹ ਦੇਖਣ ਕਿ ਹਾਂ ਸਿੱਖੀ ਸਾਡੀ ਕੀ ਹੈ ਇਹਦਾ ਓਰੀਜਨਲ ਪਰਪਸ ਤਾਂ ਇਹੀ ਆ ਕਮਿਊਨਿਟੀ ਨੂੰ ਡਿਵੈਲਪ ਕਰਨਾ ਕਮਿਊਨਿਟੀ ਨੂੰ ਯੂਨਾਈਟ ਕਰਨਾ ਪਰਪਸ ਹੈਗਾ ਫਾਰ ਆਲ ਦੀ events like this and especially ਹੁਣ lately ਜਿਹੜੀਆਂ incidents ਹੋਈਆਂ ਉਹਨਾਂ ਤੋਂ some people were discouraged but we want to make sure that everybody understands that the purpose is to unite the communities and our number of people participating in it will continue to grow. So now we have some county supervisor with us. What do you say about this crowd? It's a very beautiful crowd. What are you gonna say? Oh, this is first of all, this is a beautiful day, and the people who are coming here are celebrating in good fun and good health, and so I'm really happy to be here to support our Sikh community on Halama holiday. If you are at home and just sitting around, come and celebrate with us. Come and celebrate in community. We have wonderful food. We have wonderful artisan and a lot of clothes that people are selling here, but most of all, the really good spirit of brotherhood and love. ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਆ ਵੀ ਇਸ ਮੇਲੇ ਦੀ ਬੜੀ ਦੂਰੋਂ ਚੱਲ ਕੇ ਆਏ ਆ ਤੇ ਮੇਲਾ ਅਸੀਂ ਕਾਫੀ ਚਿਰਾਂ ਤੋਂ 5-7 ਸਾਲ ਤੋਂ ਕਰਾ ਰਹੇ ਆ ਤੇ ਅਸੀਂ ਆਪਣੇ ਇਹਨਾਂ ਨੂੰ ਕੌਂਸਲ ਪਹਿਲਾਂ ਜਿਹੜੀ ਸੈਲਵੀਆ ਹੁਣ ਬੋਲ ਕੇ ਹਟੀ ਆ ਸੈਲਵੀਆ ਰੀਨਸ ਇਹ ਸਾਡੀ ਕੌਂਸਲ ਮੈਂਬਰ ਰਹੀ ਆ ਡਿਸਟ੍ਰਿਕਟ 8 ਦੀ ਤੇ ਇਹਨੀ ਜਿਹੜੇ ਆਪਣੇ ਪ੍ਰੋਜੈਕਟ ਸੀ ਜਿੱਦਾਂ ਸਟਰੀਟ ਦਾ ਨਾਂ ਚੇਂਜ ਕੀਤਾ ਗੁਰਦੁਆਰਾ ਐਵੀਨਿਊ ਤੇ ਆਹ ਜਿਹੜਾ ਨਗਰ ਕੀਰਤਨ ਦਾ ਕੀਤਾ ਆ ਜਿਹੜੀਆਂ ਹੁਣ 2 ਬਿਲਡਿੰਗਾਂ ਅਸੀਂ ਐਕਸਪੈਂਡ ਕਰ ਰਹੇ ਆ ਉਹਨਾਂ 'ਚ ਵੀ ਸ਼ੀ ਡਿਡ ਲੋਟ ਆਫ ਹੈਲਪ ਟੂ ਅਸ ਸੋ ਇਹਨਾਂ ਨੂੰ ਹੁਣ ਇਹ ਕਾਉਂਟੀ ਸੁਪਰਵਾਈਜ਼ਰ ਆ ਤੇ ਉਹਦੇ ਨਾਲ ਅਸੀਂ ਇਹਨਾਂ ਨੂੰ ਇਹ ਰਿਕੁਐਸਟ ਕਰ ਰਹੇ ਕਿ ਜਿਹੜਾ ਹੈਰੀਟੇਜ ਗਾਰਡਨ ਅਸੀਂ ਬਣਾ ਰਹੇ ਪਿੱਛੇ ਉਹਦੇ ਵਿੱਚ ਸਾਨੂੰ ਕਾਉਂਟੀ ਦੀ ਕਾਫੀ ਮਦਦ ਦੀ ਲੋੜ ਆ ਤੇ ਉਹਨਾਂ ਵਿੱਚ ਹੋਪਫੁਲੀ ਸ਼ੀ ਇਜ਼ ਗੋਇੰਗ ਟੂ ਹੈਲਪ ਅਸ ਆਊਟ ਲੋਟ ਔਨ ਦਿਸ ਵਨ ਸੇ ਇਹ ਤੋਂ ਬਾਅਦ ਮੈਂ ਸਾਡਾ ਹੁਣ ਜਿਹੜਾ ਸਿਟੀ ਕਾਉਂਸਲ ਆ ਉਹ ਡੋਮਿੰਗੋ ਆ ਤੇ ਉਹ ਵੀ ਹੁਣ ਕੈਰੀ ਓਵਰ ਕਰੂਗਾ ਜਿਹੜੇ ਪ੍ਰੋਜੈਕਟ ਅਸੀਂ ਛੱਡੇ ਉਹ ਆ ਡਬਲ ਸਟੋਰੀ ਬਿਲਡਿੰਗ ਬਣਾ ਰਹੇ ਆ ਸੋ ਹੀ ਇਜ਼ ਗੋਇੰਗ ਟੂ ਟੇਕ ਓਵਰ ਦੇ ਵਾਸ ਫਰਮ ਸੈਲਵੀਆ ਐਂਡ ਹੋਪਫੁਲੀ ਹੀ ਵਿਲ ਹੈਲਪ ਅਸ ਔਨ ਹੈਰੀਟੇਜ ਗਾਰਡਨ ਐਂਡ ਦੀ ਐਕਸਪੈਂਸ਼ਨ ਆਫ ਦੀ 2-story ਬਿਲਡਿੰਗ ਸੋ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬਰੈਂਪਟਨ ਤੋਂ ਡਿਪਟੀ ਮੇਅਰ ਹਰਕੀਰਤ ਸਿੰਘ ਸਾਹਿਬ ਪਹਿਲਾਂ ਤਾਂ ਬਹੁਤ ਜੀ ਆਇਆਂ ਨੂੰ ਕਿਉਂਕਿ ਸੈਨ ਹੋਜ਼ੇ ਦੀ ਧਰਤੀ ਤੇ ਹੋਲਾ ਮਹੱਲਾ ਵਿਸਾਖੀ ਦਾ ਬੜਾ ਸੋਹਣਾ ਸੀ ਜਿਹੜਾ ਤਿਉਹਾਰ ਇੱਥੇ ਮਨਾ ਰਹੇ ਹੈਗੇ ਆ ਕਿਸ ਤਰ੍ਹਾਂ ਦਾ ਵੇਖ ਪਾ ਰਹੇ ਹੋ ਤੁਸੀਂ ਕਿਸ ਤਰ੍ਹਾਂ ਦਾ ਹਜੂਮ ਇੱਥੇ ਵੇਖ ਪਾ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਇਟਸ ਰੀਲੀ ਵੈਲ ਆਰਗੇਨਾਈਜ਼ਡ ਤੇ ਆਬਵੀਅਸਲੀ ਗੁਰਦੁਆਰੇ ਨੇ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਆ ਸੋ ਇਟ ਲੁਕਸ ਰੀਲੀ ਗੁੱਡ ਵਧੀਆ ਲੱਗਦਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਵੀ ਆ ਉਹ ਵੀ ਜੁੜ ਰਹੀ ਆ ਇੱਥੇ ਮੌਕਾ ਮਿਲਿਆ ਦੇਖ ਲਓ ਬਹੁਤ ਵਾਲੇ ਜਿਹੜੇ ਸੇਵਾਦਾਰ ਆ देयर ਨੈਕਸਟ ਜਨਰੇਸ਼ਨ ਸੋ ਇਟਸ ਗੁੱਡ ਟੂ ਸੀ ਕਿ ਗੁਰਦੁਆਰਾ ਇਜ਼ ਡੂਇੰਗ ਜਿਹੜੇ ਯੂਥ ਆ ਉਹਨਾਂ ਨੂੰ ਨਾਲ ਵੀ ਜੋੜ ਰਿਹਾ ਜੀ ਯੂਥ ਨੂੰ ਨਾਲ ਜੋੜਨ ਦੀ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਯਤਨ ਸਾਨੂੰ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਿੱਖੀ ਜਿਹੜੀ ਹੈਗੀ ਹੈ ਪ੍ਰਫੁੱਲਤ ਹੋ ਰਹੀ ਹੈ ਪਰ ਅਸੀਂ ਹੋਰਨਾਂ ਕਮਿਊਨਿਟੀਜ਼ ਨੂੰ ਹਾਲੇ ਵੀ ਉਹਨਾਂ ਧੜੱਲੇ ਨਾਲ ਨਹੀਂ ਦੱਸ ਪਾ ਰਹੇ ਕਿ ਅਸੀਂ ਕੌਣ ਹੈਗੇ ਹਾਂ ਕਿਉਂਕਿ ਵੱਖ-ਵੱਖ ਧਰਮਾਂ ਨਾਲ ਸਾਨੂੰ ਜੋੜ ਕੇ ਦੇਖਿਆ ਜਾਂਦਾ ਸੋ ਸਾਨੂੰ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਤੁਸੀਂ ਬਹੁਤ ਡੂੰਘਾ ਸਵਾਲ ਪੁੱਛਿਆ ਸਮਥਿੰਗ ਵੀ ਥਿੰਕ ਅਬਾਊਟ ਐਜ਼ ਵੈਲ ਜਿੱਦਾਂ ਸਾਡਾ ਡਾਇਸਪੋਰਾ ਹੈ ਹੁਣ ਜੇ ਆਪਾਂ ਸਿੱਖ ਕਮਿਊਨਿਟੀ ਦਾ ਗੱਲ ਕਰੀਏ ਹੁਣ ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਬਾਹਰ ਆ ਗਈ ਆ ਕੈਨੇਡਾ ਦੇ ਵਿੱਚ ਆਪਾਂ ਦੇਖਦੇ ਜਿਹੜੀ ਕੈਨੇਡਾ ਦੀ ਸਿੱਖ ਪਾਪੂਲੇਸ਼ਨ ਆ 2% ਹੋ ਗਈ ਆ ਉਹਦਾ ਮਤਲਬ ਆ 1 out of 50 ਕੈਨੇਡੀਅਨਸ ਹੁਣ ਸਿੱਖ ਕਮਿਊਨਿਟੀ ਦੇ ਆ ਸੋ ਇਹ ਕੁਐਸਚਨਸ ਜ਼ਰੂਰ ਪੈਦਾ ਹੁੰਦੇ ਕਿ ਆਪਾਂ ਕਿੱਦਾਂ ਸਾਡਾ ਜਿਹੜਾ ਧਰਮ ਆ ਆਪਾਂ ਕਿੱਦਾਂ ਕਨੈਕਸ਼ਨ ਉਹ ਰੱਖੋਗੇ ਆਬਵੀਅਸਲੀ ਸਾਡੀ ਜਿਹੜੀ ਬੋਲੀ ਆ ਉਹ ਵੀ ਬਹੁਤ ਇੰਪੋਰਟੈਂਟ
ਇੰਪੋਰਟੈਂਟ ਰੋਲ ਆ ਸਾਡੇ ਪੰਜਾਬੀ ਬੋਲੀ ਜਿਹੜੀ ਆ ਆਪਾਂ ਉਹਨੂੰ ਕਿੱਦਾਂ ਟੀਚ ਕਰੋਗੇ, ਉਹਨੂੰ ਕਿੱਦਾਂ ਪਾਸ ਕਰੋਗੇ ਔਨ ਦ ਨੈਕਸਟ ਜਨਰੇਸ਼ਨ। ਇਹਦੇ ਵਿੱਚ ਗੌਰ ਕਰਨ ਦੀ ਬਹੁਤ ਜ਼ਰੂਰਤ ਹੈਗੀ ਆ। ਸਾਨੂੰ ਇਸ ਗੱਲ ਵੱਲ ਧਿਆਨ ਰੱਖਣਾ ਪਊਗਾ ਅਤੇ ਛੇਤੀ ਇਹ ਧਿਆਨ ਰੱਖਣਾ ਪਊਗਾ ਕਰਕੇ ਹੁਣ ਜਿਹੜੀ ਹੁਣ ਮੇਰੇ ਵਾਂਗੂ ਆ ਸੈਕੰਡ ਜਨਰੇਸ਼ਨ, ਸਾਡੀ ਥਰਡ ਜਨਰੇਸ਼ਨ ਸ਼ੁਰੂ ਹੋ ਗਈ ਆ ਸੋ ਇਟਸ ਨਾਟ 100 years away। ਇਹ ਜਿਹੜੇ ਕੁਐਸਚਨਸ ਆ ਸਾਨੂੰ ਐਡਰੈਸ ਕਰਨੇ ਪਊਗੇ। ਆਪਾਂ ਇੱਦਾਂ ਹੀ ਕਰ ਸਕਦੇ ਆ ਕਿ ਆਪਾਂ ਇਕੱਠੇ ਹੋ ਕੇ ਇਹਨਾਂ ਦੇ ਵਿਚਾਰ ਕਰੋਗੇ ਐਂਡ ਜਿਹੜੇ ਵੱਖਰੇ ਵੱਖਰੇ ਕਮਿਊਨਿਟੀਜ਼ ਆ ਕੈਲੀਫੋਰਨੀਆ, ਨਿਊਯਾਰਕ, ਸਾਰੇ ਇਕੱਠੇ ਹੋ ਕੇ ਕੰਮ ਕਰੋਗੇ ਕਰਕੇ ਇਟਸ ਗੋਣਾ ਬੀ ਮੋਰ ਐਂਡ ਮੋਰ ਇੰਪੋਰਟੈਂਟ ਐਜ਼ ਦ ਈਅਰਸ ਗੋ ਔਨ। ਜੀ, ਪਰ ਕਿਤੇ ਨਾ ਕਿਤੇ ਵੱਖ-ਵੱਖ ਆਰਗੇਨਾਈਜੇਸ਼ਨਸ ਆਪਣੇ ਤਰੀਕੇ ਨਾਲ ਕੰਮ ਕਰ ਰਹੀਆਂ ਨੇ, ਉਹਨਾਂ ਕਮਿਊਨਿਟੀਜ਼ ਨੂੰ ਦੱਸ ਰਹੀਆਂ। ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜੇ ਯਤਨ ਨੇ ਕਾਫੀ ਨਹੀਂ, ਹਾਲੇ ਵੀ ਉਹਦੇ ਵਿੱਚ ਸਾਨੂੰ ਕੁਝ ਕਰਨ ਦੀ ਲੋੜ ਹੈ? ਆਪਾਂ ਉੱਥੇ ਵੀ ਦੇਖਦੇ ਕਾਫੀ ਵੱਖਰੇ ਆਰਗੇਨਾਈਜੇਸ਼ਨਸ ਹੈਗੇ ਆ, ਪਰ ਆਈ ਥਿੰਕ ਤੁਸੀਂ ਖੁਸ਼ ਹੋ ਉਹਨਾਂ ਯਤਨਾਂ ਤੋਂ? ਜਿੰਨਾ ਕਰ ਸਕਦੇ ਸਾਰੇ ਕਰ ਰਹੇ ਆ, ਪਰ ਆਈ ਥਿੰਕ ਬਹੁਤ ਲੋਕਲ ਕੰਮ ਹੋ ਰਿਹਾ। ਜਿੱਦਾਂ ਹੁਣ ਬਰੈਂਪਟਨ ਵਿੱਚ ਬਹੁਤ ਕੁਛ ਹੋ ਰਿਹਾ। ਆਪਾਂ ਹੁਣ ਫਰਸਟ ਸਿੱਖ ਲੌਂਗ ਟਰਮ ਕੇਅਰ ਹੋਮ ਤੇ ਵਰਕ ਕਰ ਰਹੇ ਆ, ਉਹਦੇ ਵਿੱਚ 160 ਬੈਡਸ ਆ। ਸੋ ਸਾਡੇ ਕਮਿਊਨਿਟੀ ਦੇ ਜਿਹੜੇ ਸੀਨੀਅਰਸ ਆ ਉਹਨਾਂ ਲਈ ਇੱਕ ਹੁਣ ਜਗ੍ਹਾ ਮਿਲ ਗਈ ਕਿ ਜਿੱਥੇ ਇਨ ਦ ਲਾਸਟ ਡੇਜ਼ ਆਫ देयर ਲਾਈਵਸ ਉੱਥੇ ਜਾ ਸਕਦੇ ਆ ਵਿਦ ਡਿਗਨਿਟੀ ਐਂਡ ਰਿਸਪੈਕਟ। ਸੋ ਆਪਾਂ ਇੱਦਾਂ ਦੇ ਲੋਕਲ ਲੈਵਲ ਤੇ ਬਹੁਤ ਜ਼ਿਆਦਾ ਇਨੀਸ਼ੀਏਟਿਵ ਹੋ ਰਹੇ। ਹੁਣ ਆਪਾਂ ਇੱਥੇ ਦੇਖਦੇ ਗੁਰੂ ਘਰ ਬਹੁਤ ਸੋਹਣਾ ਬਣਿਆ ਗਿਆ, ਬਹੁਤ ਲੈਂਡ ਵੀ ਆ, ਬਹੁਤ ਕਮਿਊਨਿਟੀ ਦੇ ਵਿੱਚ ਸੇਵਾ ਕਰਦੇ, ਪਰ ਸਾਨੂੰ ਥੋੜ੍ਹਾ ਜਿਹਾ ਗਲੋਬਲ ਸੋਚਣਾ ਪਊਗਾ। ਆਪਾਂ ਗਲੋਬਲੀ ਕਿੱਦਾਂ ਸਿੱਖ ਕਮਿਊਨਿਟੀ ਚਾਹੁੰਦੀ ਆਪਣੇ ਆਪ ਨੂੰ ਰੈਪਰੈਜ਼ੈਂਟ ਕਰਨ ਨੂੰ, ਆਪਣੇ ਆਪ ਦੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨੂੰ ਕਨੈਕਸ਼ਨ ਕਰਨ ਨੂੰ, ਉਹ ਮੈਨੂੰ ਲੱਗਦਾ ਗਲੋਬਲ ਇਨੀਸ਼ੀਏਟਿਵ ਹੋਗਾ, ਨਾ ਕਿ ਇੰਨਾ ਲੋਕਲ ਹੋਗਾ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸਿੱਖ ਕਮਿਊਨਿਟੀ ਜੋ ਸਾਡੀ ਭਾਈ ਹੈਗਾ ਉਹਨਾਂ ਨੂੰ ਇਸ ਵਿਸਾਖੀ ਦੇ ਮੌਕੇ ਤੇ ਜਿਹੜਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਜਨਾ ਪੰਥ ਦੀ ਸਥਾਪਨਾ ਕੀਤੀ ਸੀ, ਉਹਦੀ ਸਾਰੇ ਲੋਕਾਈ ਨੂੰ ਜਿਹੜਾ ਆਪ ਮੁਬਾਰਕਬਾਦ ਦੇਣਾ। ਤੇ ਦੂਸਰੇ ਨੰਬਰ ਦੇ ਉੱਤੇ ਇੰਨਾ ਜ਼ਿਆਦਾ ਇਕੱਠ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਥੇ ਪੰਜਾਬ ਦੀ ਧਰਤੀ ਦੇ ਵਾਂਗ ਜੋ ਉੱਥੇ ਹੋਲਾ ਮਹੱਲਾ ਜਾਂ ਵਿਸਾਖੀ ਦਾ ਜੋ ਮੇਲਾ ਮਨਾਇਆ ਜਾਂਦਾ ਸੀ ਉਹ ਇੱਥੇ ਵੀ ਮਨਾ ਰਹੇ ਹਾਂ। ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਵਧੀਆ ਲੱਗਦਾ ਜੀ ਇਹ ਦੇਖ ਕੇ। ਪਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਸਿੱਖੀ ਜਿਹਾ ਹੈਗਾ, ਸਿੱਖੀ ਬਾਰੇ ਅਸੀਂ ਬੱਚਿਆਂ ਨੂੰ ਦੱਸ ਪਾ ਰਹੇ ਕਿ ਸਿੱਖੀ ਕੀ ਹੈਗੀ ਹੈ? ਮੈਨੂੰ ਲੱਗਦਾ ਕਿ ਬੇਸ਼ੱਕ ਅਸੀਂ ਇਹ ਸਾਰੇ ਜਿੰਨੇ ਵੀ ਪ੍ਰੋਗਰਾਮ ਇੱਥੇ ਉਲੀਕਦੇ ਹਾਂ, ਫਿਰ ਵੀ ਕਿਤੇ ਨਾ ਕਿਤੇ ਜਿਹੜੀ ਸਿੱਖੀ ਹੈਗੀ ਆ ਉਹ ਮਿਸਿੰਗ ਵਾ ਮੇਰੇ ਹਿਸਾਬ ਦੇ ਨਾਲ, ਕਿਉਂਕਿ ਮੈਨੂੰ ਇੱਥੇ ਰਹਿੰਦਿਆਂ ਨੂੰ 40 ਸਾਲ ਹੋ ਗਏ ਆ। ਬਹੁਤ ਟਰਾਈ ਕਰੀ ਦੀ ਆ ਗੁਰੂ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਲਿਆਉਣ ਦੀ, ਪਰ ਫਿਰ ਵੀ ਮੈਨੂੰ ਲੱਗਦਾ ਕਿ ਸਾਨੂੰ ਹੋਰ ਵੀ ਜ਼ਿਆਦਾ ਇਸ ਸਿੱਖੀ ਨੂੰ ਫੈਲਾਉਣ ਦੇ ਲਈ ਕੰਮ ਕਰਨਾ ਚਾਹੀਦਾ। ਜਿਹੜੀ ਜਿੱਥੋਂ ਤੱਕ ਮੇਰਾ ਮੰਨਣਾ ਹੈਗਾ ਕਿ ਸਾਨੂੰ ਸਿੱਖੀ ਜਿਹੜੀ ਹੈਗੀ ਆ ਗੁਰੂ ਘਰਾਂ ਤੋਂ ਬਾਹਰ ਲਿਜਾ ਕੇ ਦੂਸਰੀਆਂ ਕਮਿਊਨਿਟੀਆਂ ਨੂੰ ਵੀ ਐਜੂਕੇਟ ਕਰਨਾ ਚਾਹੀਦਾ, ਤਾਂ ਜੋ ਸਾਡੇ ਤੇ ਜਿਹੜੇ ਇੱਥੇ ਨਸਲੀ ਹਮਲੇ ਜਾਂ ਵਿਤਕਰੇ ਜਾਂ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਦੇ ਲਈ ਬੁਲੀਇੰਗ ਹੁੰਦੀ ਆ, ਉਹ ਨੂੰ ਰੋਕਣ ਦੇ ਲਈ ਸਾਨੂੰ ਦੂਸਰੀਆਂ ਕਮਿਊਨਿਟੀਆਂ ਨੂੰ ਆਪਣੇ ਕਲਚਰ, ਆਪਣੇ ਸੱਭਿਆਚਾਰ, ਆਪਣੀ ਸੰਸਕ੍ਰਿਤੀ ਦੇ ਬਾਰੇ ਦੱਸਣ ਦੀ ਬਹੁਤ ਜ਼ਰੂਰਤ ਆ ਜੀ। ਵਾਹਿਗੁਰੂ 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 ਵਾਹਿਗੁਰੂ। ਸੋ ਇਸ ਸਮੇਂ ਅਸੀਂ ਪਹੁੰਚੇ ਹੋਏ ਹਾਂ ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਜਿੱਥੇ ਕਿ ਵਿਸਾਖੀ ਅਤੇ ਹੋਲਾ ਮਹੱਲਾ ਦੀਆਂ ਜਿਹੜਾ ਰੌਣਕਾਂ ਨੇ ਤੁਸੀਂ ਵੇਖ ਪਾ ਰਹੇ ਹੋ।
ਬਹੁਤ ਹੀ ਉਤਸ਼ਾਹ ਨਾਲ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਵੱਖ-ਵੱਖ ਸਟਾਲਸ ਇੱਥੇ ਲੱਗੀਆਂ ਹੋਈਆਂ ਅਤੇ ਨਾਲ ਹੀ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਬਾਣੀ ਜਸ ਦਾ ਜਿਹੜਾ ਸਰਵਣ ਹੋ ਰਿਹਾ ਔਰ ਸੰਗਤਾਂ ਬਹੁਤ ਉਤਸ਼ਾਹ ਨਾਲ ਇੱਥੇ ਪਹੁੰਚੀਆਂ ਹੋਈਆਂ ਨੇ। ਜੇਕਰ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਦੇਖੀਏ ਤਾਂ ਇੱਥੇ ਇੱਕ ਬਹੁਤ ਹੀ ਵੱਡਾ ਮੈਦਾਨ ਹੈ ਜਿੱਥੇ ਕਿ ਬਹੁਤ ਸਾਰੀਆਂ ਸਟਾਲਸ ਲੱਗੀਆਂ ਹੋਏ ਨੇ, ਲੰਗਰ ਦਾ ਇੰਤਜ਼ਾਮ ਇੱਥੇ ਕੀਤਾ ਹੋਇਆ ਹੈ। ਵੱਖ-ਵੱਖ ਸੰਗਤਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਇੱਥੇ ਮਿਹਨਤ ਕਸ਼ ਆਪਣਾ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ ਉਹਨਾਂ ਨੂੰ ਸਾਈਡ ਤੇ ਕਰਕੇ ਲੇਕਿਨ ਇੱਥੇ ਪਹੁੰਚੀਆਂ ਹੋਈਆਂ ਨੇ ਸੇਵਾ ਕਰਨ ਦੇ ਲਈ। ਔਰ ਸਾਡੇ ਨਾਲ ਇੱਥੇ ਕੁਝ ਸੰਗਤਾਂ ਜੁੜੀਆਂ ਹੋਈਆਂ ਨੇ। ਵੀਰ ਜੀ ਆਪਣਾ ਨਾਮ ਦੱਸੋ। ਮੇਰਾ ਨਾਮ ਰਾਗੀ ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ ਜੀ ਜ਼ਰੂਰ ਸਾਨੂੰ ਤੁਸੀਂ ਦੱਸੋ, ਕਿਉਂਕਿ ਤੁਸੀਂ ਕਿਹਾ ਰਾਗੀ ਹੈਗੇ ਹੋ, ਤੁਸੀਂ ਕੀਰਤਨ ਤਾਂ ਕਰਦੇ ਹੀ ਹੋ ਲੇਕਿਨ ਅੱਜ ਤੁਸੀਂ ਮੈਂ ਦੇਖ ਰਿਹਾ ਤੁਸੀਂ ਲੰਗਰ ਦੀ ਸੇਵਾ ਵੀ ਕਰ ਰਹੇ ਹੈਗੇ ਹੋ। ਹਾਂਜੀ, ਮਹਾਰਾਜ ਕਹਿੰਦੇ ਨੇ ਕਿ ਸਾਹਿਬ ਭਾਵੇਂ ਸੇਵਕ ਸੇਵਾ ਕਰੇ। ਠੀਕ ਹੈ ਜੀ, ਇਹ ਗੁਰੂ ਮਹਾਰਾਜ ਨੂੰ ਪਾਉਂਦਾ ਹੈ ਤੇ ਇਹ ਸਾਰੇ ਸੇਵਾਦਾਰਾਂ ਨੂੰ ਮਹਾਰਾਜ ਨੇ ਚੜ੍ਹਦੀ ਕਲਾ ਕੀਤੀ ਹੋਈ ਹੈ। ਮਹਾਰਾਜ ਆਪ ਸੇਵਾ ਲੈ ਰਹੇ ਨੇ, ਸੇਵਾ ਕਰਦਾ ਕੋਈ ਨਹੀਂ, ਸੇਵਾ ਮਹਾਰਾਜ ਕਿਰਪਾ ਕਰਕੇ ਲੈਂਦੇ ਨੇ। ਬਿਲਕੁਲ। ਅੱਜ ਫਿਰ ਕਿਹੜੇ ਲੰਗਰ ਦੀ ਸੇਵਾ ਤੁਸੀਂ ਇੱਥੇ ਕਰ ਰਹੇ ਹੋ? ਅੱਜ ਭਾਜੀ ਇੱਥੇ ਬ੍ਰੈਡ ਪਕੌੜਾ, ਨਿਊਡਲਸ ਨੇ, ਜਲੇਬੀ ਦਾ ਪ੍ਰਸ਼ਾਦ ਹੈ ਤੇ ਚਾਟ ਹੈ ਜੀ। ਆਹ ਕੁਝ ਹੈ ਸਾਡੇ ਲੱਸੀ ਚਾਹ। ਹਾਂਜੀ, ਸੰਗਤਾਂ ਦਾ ਉਤਸ਼ਾਹ ਤੁਹਾਨੂੰ ਇੱਥੇ ਕਿਸ ਤਰ੍ਹਾਂ ਦਾ ਵਿਖਾਈ ਦੇ ਰਿਹਾ, ਕਿਉਂਕਿ ਬਹੁਤ ਦੂਰ ਦੁਰਾਡਿਓਂ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਜਿਹੜੀ ਪਾਰਕਿੰਗ ਦੀ ਵਿਵਸਥਾ ਹੈਗੀ ਆ ਉਹ ਵੀ ਬੜੀ ਵਧੀਆ ਕੀਤੀ ਗਈ ਹੈ ਪਰ ਦੂਰ ਤੱਕ ਪਾਰਕਿੰਗ ਕਿਤੇ ਮਿਲ ਨਹੀਂ ਰਹੀ। ਐਸਾ ਹੈ ਜੀ, ਦੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਮੇਰਾ ਇਹ ਮੰਨਣਾ ਹੈ ਜੰਗਲ ਵਿੱਚ ਵੀ ਮੈਂ ਬਹੁਤ ਵਾਰੀ ਵੇਖਿਆ ਕਿ ਕਿਤੇ ਜੰਗਲ ਵਿੱਚ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਜਾਂਦਾ ਨਾ, ਆਉਣ ਵਾਲੇ ਸਮੇਂ ਵਿੱਚ ਉੱਥੇ ਥਾਂ ਨਹੀਂ ਲੱਭਦੀ। ਗੁਰੂ ਦੀ ਸੰਗਤਾਂ ਦੇ ਇੰਨੀ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਆਪਣੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਭਾਵੇਂ ਜੋ ਮਰਜ਼ੀ ਹੋਵੇ, ਜਿੰਨਾ ਮਰਜ਼ੀ ਝੱਖੜ ਝਾਗੀ ਹੋਵੇ, ਜੋ ਮਰਜ਼ੀ ਹੋਵੇ, ਮਹਾਰਾਜ ਕਹਿੰਦੇ ਝੱਖੜ ਝਾਗੀ ਮੀਂਹੋਂ ਬਰਸੈ ਪੀ ਗੁਰੂ ਦੇਖਣ ਜਾਏ। ਇਹ ਸਾਰੀਆਂ ਸੰਗਤਾਂ ਹੁਮਾ ਕੇ ਆਪਣੇ ਗੁਰੂ ਦੇ ਦਰਸ਼ਨ ਕਰ ਰਹੀਆਂ ਨੇ। ਸੰਗਤਾਂ ਇੱਕ ਦੂਜੇ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੀਆਂ ਨੇ। ਮੰਟੀਕਾ ਦੇ ਜਿਹੜੇ ਪਲੈਨਿੰਗ ਕਮਿਸ਼ਨਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ, ਸਰਦਾਰ ਪਰਮਿੰਦਰ ਸਿੰਘ ਸਾਈ ਸਾਹਿਬ। ਸਾਈ ਸਾਹਿਬ, ਤੁਹਾਡੇ ਨਾਲ ਅਸੀਂ ਇੱਥੇ ਗੱਲ ਕਰਨਾ ਚਾਹਾਂਗੇ। ਪਲੈਨਿੰਗ ਕਮਿਸ਼ਨਰ ਤੁਸੀਂ ਹੈਗੇ ਹੀ ਹੋ ਮੰਟੀਕਾ ਦੇ, ਪਰ ਅੱਜ ਤੁਸੀਂ ਉਸ ਕਮਿਸ਼ਨਰ ਦੇ ਅਹੁਦੇ ਨੂੰ ਛੱਡ ਕੇ ਅੱਜ ਅਸੀਂ ਦੇਖ ਰਹੇ ਹਾਂ ਤੁਸੀਂ ਲੰਗਰ ਦੀ ਸੇਵਾ 'ਚ ਲੱਗੇ ਹੋਏ ਹੋ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਵੀ ਮੀਡੀਆ ਦੀ ਟੀਮ ਨੂੰ, ਭੁਲਿੰਦਰ ਵਰਮਾਣੀ ਨੂੰ ਜੀ ਆਇਆਂ ਨੂੰ ਸਨੌਜ਼ੇ ਦੀ ਧਰਤੀ ਤੇ। ਇੱਥੇ ਤੁਸੀਂ ਆਏ ਆ, ਦੇਖ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ। ਇਹ ਕਰਮਾਂ ਵਾਲਾ ਦਿਨ ਕਹਿ ਸਕਦੇ ਹਾਂ। ਮੌਸਮ ਵੀ ਬਹੁਤ ਸੋਹਣਾ ਹੈ। ਇੱਥੇ ਵਿਸਾਖੀ ਤੇ ਜੋੜ ਮੇਲੇ ਦੋਵਾਂ ਦੇ ਸੰਬੰਧ ਦੇ ਵਿੱਚ ਅੱਜ ਬਹੁਤ ਵੱਡਾ ਨਗਰ ਕੀਰਤਨ ਹੈ ਜਿਹੜਾ ਕਿ ਇਸ ਮਹੀਨੇ ਦੇ ਸ਼ੁਰੂ 'ਚ ਰੱਖਿਆ ਸੀ ਪਰ ਮੌਸਮ ਦੀ ਖਰਾਬੀ ਕਰਕੇ ਮੁਲਤਵੀ ਕਰਨਾ ਪੈ ਗਿਆ। ਸੋ ਦੂਰੋਂ ਨੇੜਿਓਂ ਸੰਗਤਾਂ ਆਈਆਂ, ਉਹਨਾਂ ਦਾ ਵੀ ਜਿਉਂ ਆਇਆ, ਉਹਨਾਂ ਦਾ ਵੀ ਬਹੁਤ ਧੰਨਵਾਦ। ਸੋ ਇੱਥੋਂ ਆਈਏ, ਕੁਝ ਸਿੱਖ ਕੇ ਜਾਈਏ। ਸਦਭਾਵਨਾ, ਪਿਆਰ ਇੱਕ ਦੂਜੇ ਨਾਲ ਕਿਵੇਂ ਮਿਲ ਵਰਤੋਂ ਕਰੀਦੀ ਹੈ, ਇਸੇ ਚੀਜ਼ ਦਾ ਸੁਨੇਹਾ ਲੈ ਕੇ ਥਾਂ ਜਾਈਦਾ ਜੀ। ਪਿਆਰ ਵੰਡੋ ਸਾਰੇ ਪਾਸੇ ਜਾ ਕੇ, ਇਹੀ ਸਾਡਾ ਸੁਨੇਹਾ ਜੀ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗੱਲ ਆਪਣੀ ਕੀਤੀ ਹੈ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਐਵੇਂ ਦੇ ਮੇਲੇ ਲੱਗਦੇ ਨੇ ਬੱਚਿਆਂ ਨੂੰ ਅਸੀਂ ਕੀ ਸਿਖਾ ਰਹੇ ਹਾਂ, ਕਿਉਂਕਿ ਬੱਚੇ ਇੱਥੇ ਆਉਂਦੇ ਨੇ ਲੰਗਰ ਛਕ ਕੇ ਚਲੇ ਜਾਂਦੇ ਨੇ ਪਰ ਸਿੱਖੀ ਰਹਿਤ ਮਰਿਆਦਾ ਕੀ ਹੈਗੀ ਹੈ, ਕੀ ਉਹਨਾਂ ਨੂੰ ਅਸੀਂ ਦੱਸ ਪਾ ਰਹੇ ਹਾਂ? ਇਹ ਤਾਂ ਜੀ ਸਾਡੀ ਪੀੜ੍ਹੀ ਦਾ ਇੱਕ ਬਹੁਤ ਵੱਡਾ ਚੈਲੰਜ ਮੈਂ ਕਹਾਂਗਾ, ਦਿਖਾਂਤ ਨਹੀਂ ਮੈਂ ਇਹਨੂੰ ਕਹਿੰਦਾ, ਬਹੁਤ ਵੱਡਾ ਚੈਲੰਜ ਆ ਕਿ ਅਸੀਂ ਆਪਣਾ ਸਰਮਾਇਆ ਕਿਵੇਂ ਸਾਂਭਣਾ। ਆ ਤੁਸੀਂ ਦੇਖ ਸਕਦੇ ਹੋ ਵੀ ਸਾਡੀ ਕੈਮਰਾ ਘੁਮਾ ਕੇ ਭਾਈ ਸਾਹਿਬ ਦਿਖਾ ਦਿਓ ਜਰਾ। ਆ ਸਾਡੀ ਅਗਲੀ ਪੀੜ੍ਹੀ ਆ, ਜਿਵੇਂ ਅਸੀਂ ਸੇਵਾ ਕਰ ਰਹੇ ਹਾਂ ਸਾਡੇ ਨਾਲ ਉਹ ਵੀ ਖੜੇ ਨੇ। ਉਹ ਬਾਸਕਟਬਾਲ ਗੇਮ ਵੀ ਉਹਨਾਂ ਨੇ ਖੇਡਣੀ ਹੈ, ਸਾਡੇ ਨਾਲ ਚਾਹ ਦੀ ਸੇਵਾ ਵੀ ਕਰ ਰਹੇ ਨੇ। ਹੋਰ ਵੀ ਤੁਸੀਂ ਦੇਖੋਗੇ ਬੱਚੇ ਵਿੱਚ ਲੰਗਰ ਦੀ ਸੇਵਾ ਕਰ ਰਹੇ ਨੇ। ਸੋ ਆਪ ਨਾ ਮਰੇ ਸਵਰਗ ਨਾ ਜਾਈਏ, ਉਹ ਗੱਲ ਹੈ ਵੀ ਪਹਿਲਾਂ ਤੁਹਾਨੂੰ ਆਪ ਕਰਨਾ ਪੈਂਦਾ ਤਾਂ ਕਿ ਜਿਹੜੀ ਅਗਲੀ ਪੀੜ੍ਹੀ ਆ ਉਹ ਮੰਕੀ ਡੂ ਵਾਲਾ ਕੰਮ ਹੈ। ਸਾਨੂੰ ਦੇਖਣਗੇ ਤੇ ਬੱਚੇ ਅਗਲੀ ਪਨੀਰੀ ਜਿਹੜੀ ਆ ਉਹ ਵੀ ਗੁਰੂ ਮਹਾਰਾਜ ਸਤਿਕਾਰ ਕਰੇਗੀ, ਸੰਗਤਾਂ ਦਾ ਸਤਿਕਾਰ ਕਰੇਗੀ। ਇੱਦਾਂ ਬਿਲਕੁਲ ਤੁਹਾਡੀ ਟੀਮ ਨੂੰ ਵਧਾਈਆਂ, ਤੁਸੀਂ ਸਾਰੇ ਇਸ ਨੂੰ ਕਵਰ ਕਰ ਰਹੇ ਆ ਤੇ ਗੁਰਦੁਆਰਾ ਸਾਹਿਬ ਕਮੇਟੀ ਤੇ ਜਿਹੜੇ ਸੰਗਤਾਂ ਪਹੁੰਚੀਆਂ ਸਾਰੇ ਵਧਾਈ ਦੇ ਪਾਤਰ ਆ, ਕਿਉਂਕਿ ਇਹ ਜਿਹੜੇ ਜੋੜ ਮੇਲੇ ਹੈਗੇ ਆ ਚੜ੍ਹਦੀ ਕਲਾ ਦਾ ਪ੍ਰਤੀਕ ਆ ਕੌਮ ਦਾ। ਜੇ ਅੱਜ ਅਸੀਂ ਇੱਥੋਂ ਦੀ ਨਵੀਂ ਪੀੜ੍ਹੀ ਨੂੰ ਤੁਸੀਂ ਕੁਐਸਚਨ ਕੀਤਾ ਸੀਗਾ ਵੀ ਨਵੀਂ ਪੀੜ੍ਹੀ ਕੀ ਸਿੱਖਦੀ ਆ, ਸਭ ਤੋਂ ਵੱਡੀ ਗੱਲ ਆ ਜਿਹੜੀ ਉਹ ਇਹ ਸਿੱਖਦੀ ਆ ਕਿ ਅੱਜ ਦੇ ਜਿਹੜਾ ਇਕਨੋਮਿਕ ਕਹਿ ਲਿਓ ਬਈ ਜਿਹੜੀ ਹੈਗੀ ਆ ਉਥਲ ਪੁਥਲ ਹੋਈ ਵੀ ਆ, ਕੰਮਾਂ ਕਾਰਾਂ ਦਾ ਮੰਦਾ ਹੈ, ਪਰ ਫਿਰ ਵੀ ਜਿਹੜੇ ਹੈਗੇ ਆ ਜਿਹੜੇ ਲੰਗਰ ਸੈਂਕੜੇ ਹਜ਼ਾਰਾਂ ਡਾਲਰਾਂ ਦੇ ਵਿੱਚ ਖਰੀਦੇ ਨਹੀਂ ਜਾ ਸਕਦੇਗੇ, ਉਹ ਦੁਨੀਆ ਭਰ ਤੋਂ ਜਿਹੜੇ ਹੈਗੇ ਆ ਲੋਕ ਦੇਖ ਰਹੇ ਆ ਕਿ ਆ ਕਿਵੇਂ ਫ੍ਰੀ ਸਾਰਾ ਕੁਝ ਲੱਗਿਆ ਵਾ। ਆਉਣ ਵਾਲੀ ਪੀੜ੍ਹੀ ਨੂੰ ਇਹ ਬਹੁਤ ਵੱਡੀ ਗੱਲ ਪ੍ਰਭਾਵਿਤ ਕਰਦੀ ਹੈ ਕਿ ਅਸੀਂ ਉਸ ਇੰਸਟੀਟਿਊਸ਼ਨ ਦੇ ਵਾਰਸ ਹਾਂ ਜਿੱਥੇ ਅਸੀਂ ਜਿਵੇਂ ਕਹਿ ਦਿਓ ਬਈ ਛੋਲਿਆਂ ਦੀਆਂ ਮੁੱਠ ਖਾ ਕੇ ਵੀ ਅਸੀਂ ਸਰਵਾਈਵ ਕੀਤਾ ਤੇ ਅੱਜ ਅਸੀਂ ਉੱਥੋਂ ਚੱਲ ਕੇ ਕਿੱਡੀ ਵੱਡੀ ਕੌਮ ਬਣ ਗਏ ਆ, ਜਿਹੜੀ ਅਸੀਂ ਪਤਾ ਨਹੀਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਆ ਜਿਹੜੇ ਲੱਖਾਂ ਦੀ ਗਿਣਤੀ 'ਚ ਆਵੇ, ਹਜ਼ਾਰਾਂ 'ਚ ਆਵੇ ਸੰਗਤ, ਉਹ ਉਹਨਾਂ ਨੂੰ ਅਸੀਂ ਫ੍ਰੀ ਸਰਵ ਕਰਦੇ ਹਾਂ। ਹਾਂਜੀ, ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਭੁਲਿੰਦਰ ਸਿੰਘ ਜੀ, ਤੁਹਾਨੂੰ ਵਧਾਈਆਂ ਵੀ ਬਹੁਤ-ਬਹੁਤ, ਤੁਸੀਂ ਆਪਣਾ ਚੈਨਲ ਬਣਾਇਆ ਤੇ ਹਮੇਸ਼ਾ ਤੁਸੀਂ ਹਾਜ਼ਰ ਹੁੰਦੇ ਆ
ਧਾਰਮਿਕ ਪ੍ਰੋਗਰਾਮਾਂ ਦੇ ਜਿੱਥੇ ਵੀ ਕੋਈ ਹੁੰਦਾ। ਸੋ ਅੱਜ ਦਾ ਜਿਹੜਾ ਇਕੱਠ ਹੈ ਦੇਖੋ ਇੰਨੀ ਗਰਮੀ ਦੇ ਬਾਵਜੂਦ ਵੀ ਸੰਗਤ ਪੂਰੀ ਆ, ਲਾਈਨ ਟੁੱਟ ਨਹੀਂ ਰਹੀ ਜੀ। ਸੋ ਸਾਡੇ ਕੋਲ ਡਿਮਾਂਡ ਆ ਰਹੀ ਹੈ ਤੇ ਨਾਲ ਦੀ ਨਾਲ ਜਾ ਰਿਹਾ ਸਮਾਨ ਤਾਜ਼ਾ ਬਣ ਕੇ ਜੀ। ਸੋ ਮੈਂ ਤਾਂ ਵਧਾਈਆਂ ਹੀ ਦੇਣੀਆਂ ਚਾਹੂੰਗਾ ਜੀ ਸਾਰੀ ਸਿੱਖ ਸੰਗਤ ਨੂੰ। ਸੋ ਕਿਤੇ ਨਾ ਕਿਤੇ ਅਸੀਂ ਸਿੱਖ ਬੱਚਿਆਂ ਨੂੰ ਕੀ ਸਿਖਾ ਕੇ ਅਸੀਂ ਭੇਜ ਰਹੇ ਹਾਂ ਕਿ ਸਿਰਫ ਅਸੀਂ ਲੰਗਰ ਨਹੀਂ, ਅਸੀਂ ਸਿੱਖੀ ਵਿੱਚ ਵੀ ਰਹਿਣਾ ਹੈਗਾ। ਕੀ ਤੁਹਾਨੂੰ ਲੱਗਦਾ ਕਿ ਇਹ ਮੰਤਵ ਪੂਰਾ ਹੋ ਪਾ ਰਿਹਾ? ਹਾਂਜੀ, ਇਹ ਜਿਹੜੇ ਅਦਾਰੇ ਨੇ ਜੀ ਸਾਡੇ, ਜਿਵੇਂ ਸੈਨੋਜੇ ਆ, ਫਰੀਮਾਉਂਟ, ਵੱਡੇ ਅਦਾਰੇ ਨੇ, ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਨੇ ਉਹ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਬਹੁਤ ਵਧੀਆ ਇੱਥੇ ਜਿਹੜੇ ਸਕੂਲ ਨੇ ਚੱਲਦੇ ਨੇ। ਤੁਸੀਂ ਤਾਂ ਇੱਥੇ ਪਹਿਲਾਂ ਵੀ ਵਾਕਫ ਹੋ, ਤੁਹਾਨੂੰ ਪਤਾ ਵੀ ਇੱਥੇ ਕੋਈ 800 ਦੇ ਬੱਚਾ ਕਰੀਬ ਇੱਥੇ ਪੜ੍ਹਦਾ ਜੀ। ਇੱਥੇ ਬਹੁਤ ਵਧੀਆ ਸਿਲੇਬਸ ਹੈ, ਬਹੁਤ ਵਧੀਆ ਜਿਹੜੇ ਨੇ ਟੀਚਰ ਵੈਲ ਐਜੂਕੇਟਡ ਇੰਡੀਆ ਤੋਂ ਮਤਲਬ ਆਏ ਹੋਏ ਜਿਹੜੇ ਸਕੂਲਾਂ ਦੇ ਵਿੱਚ ਉੱਥੇ ਪ੍ਰਿੰਸੀਪਲ ਪ੍ਰੋਫੈਸਰ ਰਹੇ ਹੋਏ ਨੇ, ਉਹ ਸਾਰੇ ਇੱਥੇ ਟੀਚਰ ਨੇ। ਬਹੁਤ ਵਧੀਆ ਇਹਨਾਂ ਦਾ ਜਿਹੜਾ ਸਿਸਟਮ ਹੈ। ਮੇਰਾ ਮੰਨਣਾ ਕਿ ਇਹਨਾਂ ਅਦਾਰਿਆਂ ਦੇ ਵਿੱਚ ਵਧੀਆ ਸਿੱਖਿਆ ਜਿਹੜੀ ਆ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਤੁਸੀਂ ਮੇਰੇ ਪਿੱਛੇ ਟਰੱਕ ਵੇਖ ਰਹੇ ਹੋ, ਟਰੱਕ ਦੇ ਅੰਦਰ ਬਹੁਤ ਜ਼ਿਆਦਾ ਲੰਗਰ ਦੀ ਜਿਹੜੀ ਸਮੱਗਰੀ ਪਈ ਹੈਗੀ ਹੈ, ਦੁੱਧ ਪਿਆ, ਹੋਰ ਵੀ ਬਹੁਤ ਸਾਰੀ ਸਮੱਗਰੀ ਪਈ ਹੈਗੀ ਹੈ। ਇਹ ਸਮੱਗਰੀ ਸਿਰਫ ਲੰਗਰ ਦੇ ਲਈ ਹੈ ਕਿਉਂਕਿ ਇੱਥੇ ਜਿਹੜੀ ਸੰਗਤਾਂ ਪਹੁੰਚ ਰਹੀਆਂ ਨੇ ਸੈਨ ਹਾਊਜ਼ਰ ਗੁਰਦੁਆਰੇ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਦੂਰੋਂ ਨੇੜਿਓਂ, ਔਰ ਯੂਨੀਅਨ ਸਿਟੀ ਤੋਂ ਇੱਥੇ ਖਾਸ ਕਰਕੇ ਜਿਹੜੇ ਨੇ ਬਸ਼ਿੰਦੇ ਇੱਥੇ ਆਏ ਹੋਏ ਨੇ ਸੇਵਾ ਕਰਨ ਦੇ ਲਈ। ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਇਹਨਾਂ ਦੀਆਂ ਭਾਵਨਾਵਾਂ ਬਾਰੇ। ਵੀਰ ਜੀ ਆਪਣਾ ਨਾਮ ਦੱਸੋ। ਮੇਰਾ ਨਾਮ ਜੈ ਸ਼ਰਮਾ ਹੈ ਜੀ। ਤੁਹਾਡੇ ਤੋਂ ਜਾਣਨਾ ਚਾਹਾਂਗੇ ਅੱਜ ਲੰਗਰ ਦੀ ਤੁਸੀਂ ਸੇਵਾ ਕਰ ਰਹੇ ਹੋ, ਕੀ ਲੰਗਰ 'ਚ ਪਰੋਸਿਆ ਜਾ ਰਿਹਾ? ਮੈਂ ਕਹਿੰਦਾ ਲੰਗਰ ਡਿਫਰੈਂਟ, ਹਰੇਕ ਰੈਸਟੋਰੈਂਟ ਨੇ ਆਪਣਾ ਆਪਣਾ ਲੰਗਰ ਲਾਇਆ। ਸਾਡਾ ਹੈਗਾ ਕਬੀਲਾ ਰੈਸਟੋਰੈਂਟ ਜੀ। ਫਸਟ ਟਾਈਮ ਅਸੀਂ ਸੈਨੋਜ਼ੇ ਲਾਉਣ ਲੱਗੇ ਹਾਂ। ਸਾਡੇ ਕੋਲ ਟਿੱਕੀ ਹੈਗੀ ਆ, ਕੜੀ ਚੌਲ ਲਾਏ ਹੋਏ ਨੇ ਤੇ ਆਪਣਾ ਰੂਹ ਅਫਜ਼ਾ ਲਾਇਆ ਹੋਇਆ, ਤੇ ਬਾਕੀ ਹੋਰ ਰੈਸਟੋਰੈਂਟਾਂ ਨੇ ਵੀ ਆਪਣੇ ਡਿਫਰੈਂਟ ਤਰੀਕੇ ਦੇ। ਦਿਸ ਇਜ਼ ਆਵਰ ਫਸਟ ਟਾਈਮ, ਪਰ ਬਹੁਤ ਵਧੀਆ, ਜਿਵੇਂ ਬਾਬੇ ਨੇ ਮਿਹਰ ਕਰੀ ਹੋਈ ਆ ਕਿ ਵਧੀਆ। ਸੰਗਤਾਂ ਦਾ ਉਤਸ਼ਾਹ ਕਿਸ ਤਰ੍ਹਾਂ ਦਾ ਮਿਲ ਰਿਹਾ? ਅਸੀਂ ਦੇਖ ਪਾ ਰਹੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਆਈਆਂ ਹੋਈਆਂ ਨੇ ਲਗਾਤਾਰ। ਹਰ ਕੋਈ ਅਲੱਗ-ਅਲੱਗ ਸਟਾਲ ਤੇ ਤਾਂ ਨਹੀਂ ਜਾ ਸਕਦਾ, ਪਰ ਜਦੋਂ ਵੀ ਆਉਂਦਾ ਹੈਗਾ ਕਿਸ ਤਰ੍ਹਾਂ ਦਾ ਉਤਸ਼ਾਹ ਵੇਖਿਆ ਜਾਂਦਾ? ਮੈਂ ਕਹਿੰਦਾ ਮੂੰਹ ਤੇ ਇੱਕ ਮੁਸਕਰਾਹਟ ਦੇਖ ਕੇ ਸਾਨੂੰ ਖੁਸ਼ ਹੋ ਜਾਂਦਾ। ਜਦ ਅਸੀਂ ਵਰਤਾਉਂਦੇ ਹਾਂ ਨਾ ਕੋਈ ਚੀਜ਼, ਉਹਨਾਂ ਦੇ ਮੂੰਹ ਤੇ ਜਿਹੜੀ ਮੁਸਕਰਾਹਟ ਹੈ ਉਹ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਆ ਬਾਬੇ ਦੇ ਘਰੇ ਆਏ ਨੇ ਸਾਰੇ, ਤੇ ਵਧੀਆ। ਹਾਂਜੀ ਜੀ ਬਿਲਕੁਲ। ਹੋਲਾ ਮਹੱਲੇ ਦੀ ਖੁਸ਼ੀ ਵਿੱਚ ਭਾਜੀ ਸਾਰੇ ਆ ਰਹੇ ਜੀ। ਸੋ ਲੰਗਰ ਇੱਦਾਂ ਹੀ ਚੀਜ਼ ਸਾਰੇ ਇਕੱਠੇ ਕਰ ਦਿੰਦੀ ਬੰਦਿਆਂ ਨੂੰ। ਸੋ ਬਾਕੀ ਬਾਬਾ ਜੀ ਹੁਕਮ ਦੇ ਨਾਲ ਅਸੀਂ ਲੱਗੇ ਹੋਏ ਸੇਵਾ ਕਰਨ। ਇੱਕ ਲੰਗਰ ਇੱਦਾਂ ਹੀ ਚੀਜ਼ ਹੈ ਵੀਰ, ਜੇ ਸਾਰਿਆਂ ਨੂੰ ਇਕੱਠੇ ਕਰ ਦਿੰਦੀ, ਨਿਆਣਿਆਂ ਨੂੰ ਇਕੱਠੇ ਕਰ ਦਿੰਦੀ ਹੈ। ਸੋ ਸਿੱਖੀ ਵਿੱਚ ਵੀ ਆਪਾਂ ਸਾਰੇ ਹੁਣ ਆਪਾਂ ਬੱਚੇ ਜਿਹੜੇ ਆ ਜੁੜਦੇ ਆ ਨਾਲ ਨਾਲ। ਈਵਨ ਜੇ ਆਪਾਂ ਲੰਗਰ ਨੂੰ ਵੀ ਸਾਈਡ 'ਚ ਰੱਖ ਦਈਏ ਤੇ ਆਪਾਂ ਖੇਡਾਂ ਵਾਸਤੇ ਵੀ ਇੱਥੇ ਬਹੁਤ ਕੁਝ ਇੰਤਜ਼ਾਮ ਕੀਤਾ ਹੋਇਆ। ਤੁਸੀਂ ਦੇਖ ਸਕਦੇ ਹੋ ਵਾਲੀਬਾਲ, ਬੱਚੇ ਉਹਦੇ ਕਰਕੇ ਵੀ ਆਉਂਦੇ ਨੇ ਇੱਥੇ ਖੇਡ, ਫਿਰ ਬੱਚੇ ਸਾਰਾ ਸਿਸਟਮ ਦੇਖਦੇ ਨੇ। ਸੋ ਮੇਰੇ ਖਿਆਲ 'ਚ ਖੇਡਾਂ ਵੀ ਇੱਕ ਬੜਾ ਅਹਿਮ ਮੁੱਦਾ ਹੈ ਕਿ ਜਿਹੜੇ ਇੱਥੇ ਕਰਿਆ ਹੋਇਆ ਠੀਕ ਕਿ ਬੱਚੇ ਆਉਂਦੇ ਨਹੀਂ ਜੀ ਇੱਥੇ। ਵਿਦੇਸ਼ਾਂ ਦੀ ਧਰਤੀ ਤੇ ਅਜਿਹੇ ਜੋੜ ਮੇਲੇ ਵਾਕਈ ਬੇਮਿਸਾਲ ਹੋ ਨਿਬੜਦੇ ਨੇ ਜਦੋਂ ਸੰਗਤਾਂ ਆਪਣੇ ਘਰੋਂ ਬਾਹਰ ਨਿਕਲਦੀਆਂ ਨੇ ਅਤੇ ਫਿਰ ਅਜਿਹੇ ਜੋੜ ਮੇਲਿਆਂ ਵਿੱਚ ਸ਼ਰੀਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀਆਂ ਨੇ। ਜੀ ਹਾਂ, ਸਿੱਖ ਹਾਈ ਫਲਾਰ ਪ੍ਰੋਗਰਾਮ ਅਸੀਂ ਖਾਸ ਤੌਰ ਤੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਵੱਖ-ਵੱਖ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੱਖ-ਵੱਖ ਲੋਕਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਏ ਜਿਨ੍ਹਾਂ ਨੇ ਇੱਕ ਨਾਮਣਾ ਖੱਟਿਆ ਹੋਵੇ, ਪਰ ਜਦੋਂ ਅਸੀਂ ਅਜਿਹੇ ਜੋੜ ਮੇਲੇ ਵੇਖਦੇ ਹਾਂ ਤਾਂ ਇਹ ਵੀ ਸਾਡੇ ਲਈ ਸਿੱਖ ਹਾਈ ਫਲਾਰ ਤੋਂ ਘੱਟ ਨਹੀਂ ਹੁੰਦੇ। ਇਸ ਸਿੱਖ ਹਾਈ ਫਲਾਰ ਪ੍ਰੋਗਰਾਮ ਵਿੱਚ ਇਕੱਲਾ ਕੋਈ ਇੱਕ ਜਾਂ ਦੋ ਸ਼ਖਸ ਨਹੀਂ, ਬਲਕਿ ਤੁਸੀਂ ਸਾਰੇ ਸਿੱਖ ਹਾਈ ਫਲਾਰ ਬਣੇ ਹੋ ਮੇਰੇ ਨਾਲ, ਕਿਉਂਕਿ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਔਰ ਅਜਿਹੇ ਗੁਰਦੁਆਰਿਆਂ ਸਾਹਿਬ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਜੋੜ ਮੇਲਿਆਂ ਦੇ ਲਈ, ਉਹਨਾਂ ਵਿੱਚ ਸ਼ਿਰਕਤ ਕਰਦੇ ਹੋ, ਤਾਂ ਹੀ ਅਜਿਹੇ ਜੋੜ ਮੇਲੇ ਇੱਕ ਸਿੱਖਰਾਂ ਤੇ ਪਹੁੰਚਦੇ ਹੋਏ ਮਿਸਾਲ ਕਾਇਮ ਕਰਦੇ ਨੇ।
ਸੋ ਫਿਲਹਾਲ ਮੈਨੂੰ ਯਾਨੀ ਭੁਲੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਅਗਲੇ ਹਫਤੇ ਸਿੱਖ ਹਾਫਲਾਰ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਧੰਨਵਾਦ। ਵਾਹਿਗੁਰੂ 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 ਵਾਹਿਗੁਰੂ